सत श्री अकाल दोस्तों, तुसी वेख रहे हो PTN 24 न्यूज़ चैनल। मैं हाँ धर्मवीर ढिल्ल लाली। किसान जथेबंदियों वालों पिछले काफ़ी दिनों तो जोड़ा धरना प्रदर्शन किया जा रहा खेती ऑर्डीनेंस बिल नूं लैके। उत्थे जोड़ा हुण SGPC टास्क फोर्स अते सच्चार कमेटियां दे विच विवाद पैदा हो गया। उस दे नाल होर जारे बहुत सारे सियासी मसलियां दे गलबात करांगे। जिस श्रोमणी अकाली दल टकसाली दे प्रधान सरदार रणजीत सिंह ब्रह्मपुरा जी के सुपुत्र रविंदर सिंह ब्रह्मपुरा जी नाल साडे नाल ब्रह्मपुरा जी मौजूद ने, गलबात कर लेने उन्हां नाल। ब्रह्मपुरा साहब सत श्री अकाल जी। सत श्री अकाल साहब, सत श्री अकाल जी। हाँ सर, शुरुआत असीं करते हैं किसानी मुद्दਿਆਂ ਨੂੰ ਲੈ ਕੇ। किसान ਜਿਹੜੇ ਨੇ बहुत ही लंबे समय तो ऑर्डीनेंस बिल के खिलाफ ਜਿਹੜਾ धरना प्रदर्शन कर रहे हैं, किस तरह देखते हो तुसीं? देखो, ये धरना प्रदर्शन करना किसानां दा मजदूरां दा ते साडा सारिਆਂ ਦਾ हक बनता वा, क्योंकि ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 3 ਆਰਡੀਨੈਂਸ ਲਿਆਂਦੇ ਉੜ ਕੇ ਉਹਨਾਂ ਨੂੰ ਬਿੱਲ ਦੇ ਰੂਪ ਦੇ ਵਿੱਚ ਪਾਰਲੀਮੈਂਟ, ਰਾਜ ਸਭਾ ਔਰ ਰਾਸ਼ਟਰਪਤੀ ਦੇ ਕੋਲੋਂ ਜਿਹੜਾ ਕਾਨੂੰਨ ਬਣਾ ਦਿੱਤਾ ਵਾ, ਉਹ ਅਸੀਂ ਸਾਰੇ ਲੋਕ ਕਿਸਾਨ ਮਜ਼ਦੂਰ ਸਾਰੀਆਂ ਪਾਰਟੀਆਂ ਸਮਝਦੀਆਂ ਵਾ ਕਿ ਇਹ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਔਰ ਕੁਝ ਧਨੀ ਲੋਕਾਂ ਨੂੰ ਜੀ ਅਡਾਨੀ ਅੰਬਾਨੀ ਜਾਂ ਉਹਦੇ ਅੱਗੇ ਹੋਰ ਕੁਝ ਲੋਕ ਨੇ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਕਰੋੜਾਂ ਅਰਬਾਂ ਰੁਪਏ ਜਿਹੜੇ ਨੇ ਫੰਡ ਦੇ ਤੌਰ ਤੇ ਦਿੱਤੇ ਸੀ ਜਦੋਂ 14 ਦੀ ਇਲੈਕਸ਼ਨ ਹੋਈ ਸੀ ਜਾਂ 19 ਦੀ ਇਲੈਕਸ਼ਨ ਹੋਈ ਸੀ। ਬਹੁਤ ਵੱਡਾ ਸਰਮਾਇਆ ਇਹਨਾਂ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਤੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ। ਹੁਣ ਉਹ ਲੋਕ ਜਿਨ੍ਹਾਂ ਨੇ ਪੈਸੇ ਦਿੱਤੇ ਹੁੰਦੇ ਆ ਉਹਨਾਂ ਦੀਆਂ ਵੀ ਖਾਸ਼ਾਂ ਹੁੰਦੀਆਂ ਵਾ ਕਿ ਇਹ ਸਰਕਾਰਾਂ ਸਾਡੇ ਮੁਤਾਬਕ ਚੱਲਣ, ਔਰ ਚਲਾਉਂਦੇ ਵੀ ਆ। ਜਿਸ ਬੰਦੇ ਨੇ 10 ਦਿੱਤੇ ਆ ਉਹ ਹੁਣ 500 ਇਕੱਠਾ ਕਰੂਗਾ, ਔਰ ਜਿਹਨੇ 500 ਦਿੱਤਾ ਵਾ ਉਹ 50,000 ਇਕੱਠਾ ਕਰੂਗਾ। ਇਸੇ ਗੱਲੇ ਨੂੰ ਮੁੱਖ ਰੱਖ ਕੇ ਇਹਨਾਂ ਨੇ ਜਿਹੜੇ ਨੇ ਇਹ ਕਿਸਾਨੀ ਨੂੰ ਖਤਮ ਕਰਨ ਵਾਸਤੇ ਤੇ ਧਨੀ ਲੋਕਾਂ ਦੀ ਮਦਦ ਕਰਨ ਵਾਸਤੇ ਜਿਹੜਾ ਵਾ ਇਹ ਕਾਨੂੰਨ ਬਣਾਇਆ। ਦੁੱਖ ਦੀ ਗੱਲ ਇਹ ਆ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ, ਜਿਹਨੂੰ ਆਪਾਂ 100 ਸਾਲ ਪੁਰਾਣੀ ਪਾਰਟੀ ਕਹਿੰਦੇ ਹਾਂ ਕਿ ਅਕਾਲੀ ਦਲ ਜਿਹੜਾ ਵਾ ਉਹ 100 ਸਾਲ ਪੁਰਾਣੀ ਪਾਰਟੀ ਹੈ, ਰੋਜ਼ ਆਪਾਂ ਅਖਬਾਰਾਂ TV ਚੈਨਲਾਂ 'ਤੇ ਵੀ ਸੁਣਦੇ ਹਾਂ। ਔਰ ਇਹ ਕਿਸਾਨਾਂ ਦੀ ਪਾਰਟੀ ਸੀ। ਇਹ ਬਹੁਤ ਵੱਡਾ ਸੰਘਰਸ਼ ਕਿਸਾਨਾਂ ਵਾਸਤੇ ਕਰਦੀ ਰਹੀ, ਪਰ ਅੱਜ ਜਦੋਂ ਕਿਸਾਨੀ ਦੀ ਗੱਲ ਆਈ, ਜਦੋਂ ਕੈਬਨਿਟ ਦੇ ਵਿੱਚ ਕੋਈ ਵੀ ਆਰਡੀਨੈਂਸ ਲਿਆਉਣਾ ਵਾ, ਬਿੱਲ ਲਿਆਉਣਾ ਵਾ, ਉਹ ਕੈਬਨਿਟ ਦੀ ਮੋਹਰ ਲੱਗਦੀ ਆ। ਤੇ ਸਾਡੀ ਉੱਥੇ ਬੀਬਾ ਜੀ ਹਰਸਿਮਰਤ ਕੌਰ ਬਾਦਲ ਜਿਹੜੇ ਪੰਜਾਬ ਦੀ ਧੀ ਹੋਣ ਦਾ ਮਾਣ ਮਹਿਸੂਸ ਕਰਦੇ ਨੇ ਅਸਤੀਫਾ ਦੇਣ ਤੋਂ ਬਾਅਦ, ਉਹ ਵਿੱਚ ਬੈਠੇ ਸੀ ਤੇ ਉਹਨਾਂ ਨੇ ਉਸ ਦਿਨ ਆਪਣੇ ਸਾਈਨ ਕਰਕੇ ਇਸ ਆਰਡੀਨੈਂਸ ਨੂੰ ਪ੍ਰਵਾਨਗੀ ਦਿੱਤੀ ਜੀ। ਮੈਂ ਸਮਝਦਾ ਕਿ ਇਹ ਬਹੁਤ ਉਸ ਦਿਨ ਤੋਂ ਹੀ ਸਾਡੇ ਪੰਜਾਬ ਆ ਤੇ ਬਹੁਤ ਮੰਦਭਾਗੀ ਗੱਲ ਹੋ ਗਈ ਸੀ। ਉਸ ਤੋਂ ਬਾਅਦ ਬੜੇ ਜ਼ੋਰ ਦੇ ਨਾਲ ਬੀਬਾ ਜੀ, ਸੁਖਬੀਰ ਜੀ, ਵੱਡੇ ਬਾਦਲ ਸਾਹਿਬ ਦਾ ਵੀ ਬਿਆਨ ਆਇਆ, ਇੱਥੋਂ ਤੱਕ ਕਿ ਜਿਹੜੇ ਆ ਛੋਟੇ ਮੋਟੇ ਜਿਹੜੇ ਲੋਕ ਨੇ 2 ਨੰਬਰ ਦੀ ਲੀਡਰਸ਼ਿਪ ਹੁੰਦੀ, ਉਹਨਾਂ ਨੇ ਵੀ ਬਹੁਤ ਬਿਆਨ ਦਿੱਤੇ ਕਿ ਇਹ ਪੰਜਾਬ ਦੇ ਕਿਸਾਨਾਂ ਦੇ ਭਲੇ ਦਾ ਬਿੱਲ ਆ। ਪਰ ਜਦੋਂ ਕਿਸਾਨਾਂ ਮਜ਼ਦੂਰਾਂ ਨੇ ਮੋਰਚਾ ਲਾ ਦਿੱਤਾ, ਟੋਲ ਬੰਦ ਕਰ ਦਿੱਤੇ, ਸੜਕਾਂ ਬੰਦ ਕਰ ਦਿੱਤੀਆਂ ਤੇ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਤੇ ਬਾਦਲ ਅਕਾਲੀ ਦਲ ਨੇ ਸਮਝਿਆ ਕਿ ਜੇ ਅੱਜ ਅਸੀਂ ਹੁਣ ਦੁਬਾਰਾ ਭਾਰਤੀ ਜਨਤਾ ਪਾਰਟੀ ਦਾ ਸਹਿਯੋਗ ਕਰਦੇ ਹਾਂ ਤੇ ਪੰਜਾਬ ਦੇ ਵਿੱਚੋਂ ਪਹਿਲਾਂ ਹੀ ਸਾਡਾ ਜਿਹੜਾ ਵਾ ਬਹੁਤ ਵੱਡਾ ਨੁਕਸਾਨ ਹੋਇਆ ਧਾਰਮਿਕ ਤੌਰ ਤੇ, ਕਿਉਂਕਿ ਜੋ ਪਿਛਲੇ ਸਮੇਂ 'ਚ ਧਾਰਮਿਕ ਤੌਰ ਤੇ ਇਹਨਾਂ ਨੇ ਕੀਤਾ ਉਹਦੇ ਬਾਰੇ ਆਪਾਂ ਚਰਚਾ ਫਿਰ ਕਰਦੇ ਹਾਂ। ਇਹਨਾਂ ਸੋਚਿਆ ਕਿ ਸਾਡਾ ਤੇ ਬਹੁਤ ਵੱਡਾ ਨੁਕਸਾਨ ਹੋਊਗਾ ਤੇ ਇਹਨਾਂ ਨੇ ਬੀਬਾ ਜੀ ਦੇ ਕੋਲੋਂ ਅਸਤੀਫਾ ਦਵਾਤਾ। ਜਦੋਂ ਲੋਕਾਂ ਨੇ ਇਹ ਗੱਲ ਕਿਹਾ ਕਿ ਬੀਬਾ ਜੀ ਅਸਤੀਫਾ ਦੇ ਦੇਤਾ, ਤੁਸੀਂ ਤੇ ਹਜੇ ਵੀ NDA ਦਾ ਜਿਹੜਾ ਵਾ ਹਿੱਸਾ ਜੇ, ਚਲੋ ਇਹਨਾਂ ਨੇ ਉਦੋਂ ਇਸ ਨਾਤਾ ਵੀ ਤੋੜ ਲਿਆ। ਇਹਦੇ ਬਾਵਜੂਦ ਵੀ ਬੀਬਾ ਜੀ ਇਹ ਗੱਲ ਕਹਿੰਦੇ ਰਹੇ ਅਸਤੀਫਾ ਦੇਣ ਤੋਂ ਬਾਅਦ ਵੀ ਕਿ ਕਿਸਾਨਾਂ ਨੂੰ, ਪੰਜਾਬ ਵਾਸੀਆਂ ਨੂੰ ਸਮਝ ਨਹੀਂ ਪਈ, ਇਹ ਬਹੁਤ ਵਧੀਆ ਬਿੱਲ ਆ। ਇਹ ਕਹਿੰਦੇ ਰਹੇ ਨਹੀਂ। ਬਾਦਲ ਸਾਹਿਬ ਦੀ ਸਟੇਟਮੈਂਟ ਕੱਢੋ। ਮੈਂ ਇੱਕ ਅਖਬਾਰ 'ਚ ਪੜ੍ਹਿਆ ਸੀ ਕਿ ਜਿਹੜੀ ਬਾਦਲ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਆਰਡੀਨੈਂਸ ਦੇ ਹੱਕ ਦੇ ਵਿੱਚ ਜਾਂ ਬਿੱਲਾਂ ਦੇ ਹੱਕ ਦੇ ਵਿੱਚ, ਉਹਨਾਂ ਵੀ ਉਹ ਕਿਹਾ ਸੀ ਕਿ ਇਹ ਬਹੁਤ ਵਧੀਆ ਵਾ, ਪਰ ਅਖਬਾਰ ਨੇ ਇੱਕ ਲਿਖਿਆ ਸੀ ਕਿ ਮਜਬੂਰ ਬਾਦਲ ਦੇ ਕੋਲੋਂ
ਸੁਖਬੀਰ ਤੇ ਜਾਂ ਉਹਨਾਂ ਦੀ ਜਿਹੜੀ ਪਤਨੀ ਆ ਉਹਨਾਂ ਨੇ ਉਹਨਾਂ ਕੋਲੋਂ ਵੀ ਬਿਆਨ ਦਵਾ ਦਿੱਤਾ। ਇਹਨਾਂ ਨੇ ਆਪਣੀ ਸ਼ਾਖ ਬਚਾਉਣ ਦੀ ਖਾਤਰ, ਆਪਣੀਆਂ ਵੋਟਾਂ ਦੀ ਖਾਤਰ, ਜਾਂ ਆਪਣੀ ਜਿਹੜੀ ਇਹ ਢਹਿੰਦੀ ਕਲਾ 'ਚ ਬਾਦਲ ਅਕਾਲੀ ਦਲ ਜਾ ਰਿਹਾ ਵਾ, ਉਹਨੂੰ ਥੋੜ੍ਹਾ ਬਹੁਤਾ ਲਾਰਾ ਦੇਣ ਵਾਸਤੇ ਇਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਵਾ। ਇਹ ਤੋਂ ਵੱਧ ਕੋਈ ਨਹੀਂ। ਮੈਂ ਸਮਝਦਾ ਵਾਂ ਅੱਜ ਸਮਾਂ ਵਾ, ਜੇ ਪੰਜਾਬ ਦਾ ਕਿਸਾਨ ਮਰਦਾ, ਮਜ਼ਦੂਰ ਮਰੂਗਾ, ਆੜ੍ਹਤੀਆ ਮਰੂਗਾ, ਦੁਕਾਨਦਾਰ ਮਰੂਗਾ, ਸਭ ਲੋਕ ਮਰਨਗੇ ਜੇ ਕਿਸਾਨੀ ਖਤਮ ਹੋ ਗਈ। ਤੇ ਇਸ ਕਰਕੇ ਸਭ ਲੋਕਾਂ ਨੂੰ, ਸਭ ਪਾਰਟੀਆਂ ਨੂੰ ਇਹ ਰਾਜਨੀਤੀ ਭੁੱਲ ਕੇ, ਜੀ ਰਾਜਨੀਤੀ ਜੇ ਅਸੀਂ ਭੁੱਲ ਜਾਈਏ ਤਾਂ ਮੈਂ ਸਮਝਦਾ ਵਾਂ ਕਿ 1 2 3 ਸੈਂਟਰ ਨੂੰ ਝੁਕਣਾ ਪਊਗਾ। ਜੇ ਅਸੀਂ ਸਾਰੇ ਲੋਕ ਇਕੱਠੇ ਹੋ ਜਾਈਏ, ਅਸੀਂ ਅੱਜ ਵੀ ਇਸ ਕਿਸਾਨੀ ਸੰਘਰਸ਼ 'ਚੋਂ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਆਪੋ ਆਪਣੀਆਂ ਵੋਟਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ 2022 ਦੇ ਵਿੱਚ ਸਰਕਾਰ ਕਿਸ ਤਰ੍ਹਾਂ ਬਣਾਉਣੀ ਆ। ਸਭ ਪਾਰਟੀਆਂ ਦੀ ਇਹੋ ਸੋਚ ਬਣੀ ਪਈ ਹੈ ਕਿ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਹੋਊਗਾ ਜੇ ਅਸੀਂ ਇਕੱਠੇ ਨਾ ਹੋਏ। ਤੇ ਬ੍ਰਹਮਪੁਰਾ ਸਾਹਿਬ, ਵਿਰੋਧ ਤੋਂ ਬਾਅਦ ਜਿਹੜਾ ਵਿਧਾਨ ਸਭਾ ਦੇ ਵਿੱਚ ਕੈਪਟਨ ਸਰਕਾਰ ਵੱਲੋਂ ਮਤਾ ਪਾਇਆ ਜਾਂਦਾ ਹੈ, ਕਿਸ ਤਰ੍ਹਾਂ ਦੇਖਦੇ ਹੋ ਉਸ ਮਤੇ ਨੂੰ? ਦੇਖੋ, 2004 ਦੇ ਵਿੱਚ ਵੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵੀ ਮਤਾ ਪਾਇਆ ਸੀ, ਉਹ ਵੀ ਅਜੇ ਵਿਚਾਰ ਅਧੀਨ ਨੇ। ਉਹਦੇ ਵਿੱਚ ਮੋਹਰ ਲਾ ਦਿੱਤੀ ਸੀ, ਪਰ ਉਹਦੇ ਵਿੱਚ ਕੀ ਆ ਵੀ ਮੁੜ ਕੇ ਸੁਪਰੀਮ ਕੋਰਟ 'ਚ ਜਾ ਕੇ ਅਸੀਂ ਉਹ ਸਾਰਾ ਜਿਹੜਾ ਵਾ ਉਹਨਾਂ ਨੇ ਉਹ ਖਾਰਜ ਕਰਤਾ ਸੀ ਜੀ। ਹੁਣ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ 117 ਮੈਂਬਰਾਂ ਚੋਂ 115 ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਇੱਕ ਫੈਸਲਾ ਕੀਤਾ ਕਿ ਇਹ ਜਿਹੜੇ ਸੈਂਟਰ ਦਾ ਕਾਲਾ ਕਾਨੂੰਨ ਆ ਉਹਦੇ ਖਿਲਾਫ ਉਹਨਾਂ ਨੇ ਜਿਹੜੇ ਆਰਡੀਨੈਂਸ ਬਣਾਇਆ ਵਾ ਜਾਂ ਕਾਨੂੰਨ ਬਣਾਇਆ ਪੰਜਾਬ ਦੇ ਵਿੱਚ ਵਿਧਾਨ ਸਭਾ 'ਚ, ਉਹ ਗਵਰਨਰ ਸਾਹਿਬ ਕੋਲ ਜਾਂਦਾ ਵਾ। ਜੇ ਤੇ ਗਵਰਨਰ ਸਾਹਿਬ ਸਾਈਨ ਕਰ ਦੇਣ ਫਿਰ ਤੇ ਸਮਝੋ ਵੀ ਕੰਮ ਹੋ ਗਿਆ ਪੱਕਾ। ਪਰ ਗਵਰਨਰ ਤੇ ਇੱਕ ਸਟੈਂਪ ਆ ਗਵਰਨਮੈਂਟ ਆਫ ਇੰਡੀਆ ਦੀ, ਜਾਂ ਸਮਝੋ ਵੀ ਮੋਦੀ ਭਾਰਤੀ ਜਨਤਾ ਪਾਰਟੀ ਦੀ, ਉਹ ਕਿਸ ਤਰ੍ਹਾਂ ਉਹਨਾਂ ਦੇ ਖਿਲਾਫ ਜਾ ਸਕਦਾ ਵਾ? ਹਾਂ, ਇਹਦੇ ਨਾਲ 115 MLA ਨੇ, ਸਾਰੇ ਪੰਜਾਬ ਦੇ ਹਰ ਹਲਕੇ ਦੇ ਮੈਂ ਸਮਝਦਾ ਨੁਮਾਇੰਦੇ ਨੇ, ਹਰ ਹਲਕੇ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਸਮਰਥਨ ਦਿੱਤਾ ਕਿਸਾਨਾਂ ਨੂੰ। ਤੇ ਕਿਸਾਨੀ ਔਰ ਜਿਹੜੇ ਲੋਕ ਬੈਠੇ ਨੇ ਸੜਕਾਂ 'ਤੇ, ਉਹਨਾਂ ਨੂੰ ਇੱਕ ਹਿਸਾਬ ਦੀ ਵਾਕਫ ਹੋਇਆ ਵਾ, ਉਹਨਾਂ ਨੂੰ ਬੱਲੇ ਬੱਲੇ ਹੋਈ ਆ। ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਡੇ ਨਾਲ ਸਾਰਾ ਪੰਜਾਬ ਖਲੋ ਗਿਆ। ਔਰ ਮੈਂ ਸਮਝਦਾ ਜੇ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਏਕਤਾ ਵਿਖਾਈ ਆ ਤੇ ਇਹਨਾਂ ਨੂੰ ਸੱਚੀ ਮੁੱਚੀ ਸਾਰੀਆਂ ਪਾਰਟੀਆਂ ਨੂੰ, ਭਾਵੇਂ ਉਹ ਆਪ ਪਾਰਟੀ ਆ, ਭਾਵੇਂ ਉਹ ਬਾਦਲ ਅਕਾਲੀ ਦਲ ਆ, ਭਾਵੇਂ ਉਹ ਕਾਂਗਰਸ ਆ, ਭਾਵੇਂ ਉਹ ਬੈਂਸ ਦੀ ਪਾਰਟੀ ਦੇ MLA ਨੇ, ਭਾਵੇਂ ਖਹਿਰਾ ਸਾਹਿਬ ਨੇ, ਹਰ ਇੱਕ ਬੰਦੇ ਨੂੰ, ਜਿੰਨੀਆਂ ਪਾਰਟੀਆਂ ਦੇ MLA ਨੇ, ਉਹਨਾਂ ਨੂੰ ਫਿਰ ਹੁਣ ਵੀ ਇਕੱਠੇ ਹੋ ਕੇ ਜਿਹੜਾ ਵਾ ਸਹਿਯੋਗ ਕਰਨਾ ਚਾਹੀਦਾ, ਭਾਵੇਂ ਉਹ ਕੋਈ ਵੀ ਪਾਰਟੀ ਹੋਵੇ। ਅੱਜ ਜੇ ਕਿਸਾਨ ਮਰ ਗਿਆ ਤਾਂ ਮੈਂ ਗਰੰਟੀ ਨਾਲ ਗੱਲ ਕਹਿੰਦਾ, ਜੇ ਇਹ ਕਾਲੇ ਕਾਨੂੰਨ ਲਾਗੂ ਹੋ ਗਏ ਅੱਜ ਨਹੀਂ ਹੋਣੇ। ਇਹਨਾਂ ਦੀ ਪਲੈਨਿੰਗ ਹੈ ਲੰਮੀ, 2 4 5 ਸਾਲ ਦੀ ਨਹੀਂ, 10 ਸਾਲਾਂ ਬਾਅਦ ਹੋ ਸਕਦਾ 2 3 ਸਾਲ ਤੁਹਾਨੂੰ MSP ਵੀ ਦੇਈ ਜਾਣ, ਤੁਹਾਨੂੰ ਸਾਰਾ ਕੁਝ ਦੇਈ ਜਾਣ। ਪਰ ਇਹਨਾਂ ਦੀ ਸੋਚ ਲੰਮੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਘਸਿਆਰੇ ਬਣਾਉਣ ਦੀ ਸਕੀਮ ਆ, ਪੰਜਾਬ ਨੂੰ ਖਤਮ ਕਰਨ ਦੀ ਸਕੀਮ ਆ, ਪੰਜਾਬ ਦੀ ਜਵਾਨੀ ਖਤਮ ਕਰ ਦੇਣਗੇ। ਪਹਿਲਾਂ ਅੱਤਵਾਦ ਨੇ ਖਤਮ ਕਰਦੀ। ਤੇ ਮੈਂ ਇਹ ਵੀ ਕਹਿਣਾ, ਜੇ ਇਹ ਜਿਹੜੇ ਕਿਸਾਨ ਮਾਰੂ ਬਿੱਲ ਜਾਂ ਕਾਨੂੰਨ ਜਿਹੜਾ ਵਾ ਇਹ ਵਾਪਸ ਨਾ ਹੋਇਆ ਜਾਂ ਇਹ 'ਚ ਸੋਧ ਨਾ ਹੋਈ, ਤੇ ਹੋ ਸਕਦਾ ਵਾ ਕਿ ਜੋ 1980 ਤੋਂ ਲੈ ਕੇ ਤੇ 1992 ਤੱਕ 95 ਤੱਕ ਹੋਇਆ ਵਾ, ਕਿਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਉਹ ਜਿਹੇ ਹਾਲਾਤ ਨਾ ਬਣਾ ਦੇ। ਅਸੀਂ ਤੇ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਗਾੜੀ, ਸਤਿਗੁਰ ਸੱਚੇ ਪਾਤਸ਼ਾਹ ਇਸ ਗੌਰਮੈਂਟ ਆਫ ਇੰਡੀਆ ਨੂੰ, ਇਸ ਭਾਰਤੀ ਜਨਤਾ ਪਾਰਟੀ ਨੂੰ ਸਮੱਤ ਬਖਸ਼ੋ, ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ, ਸਾਰੀਆਂ ਪਾਰਟੀਆਂ ਨੂੰ ਸਮੱਤ ਬਖਸ਼ੋ। ਇਹ ਏਕਤਾ ਹੋਵੇ ਤੇ ਇਹ ਬਿੱਲ ਜਿਹੜੇ ਨੇ ਵਾਪਸ ਹੋ ਜਾਣ ਤੇ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਖੁਸ਼ੀ ਤੇ ਖੁਸ਼ਹਾਲੀ ਜੀਵਨ ਬਤੀਤ ਕਰ। ਬ੍ਰਹਮਪੁਰਾ ਸਾਹਿਬ, ਜਦ ਕਿਸਾਨਾਂ ਮੁੱਦੇ ਦੇ ਚੱਲ ਰਹੀ ਹੈ ਤਾਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਸਮਰਥਨ ਦੇ ਵਿੱਚ ਆ ਰਹੀਆਂ ਨੇ। ਡੰਡੇ ਤਾਂ ਉਹੀ ਨੇ, ਝੰਡੇ ਆਪੋ ਆਪਣੇ ਲੈ ਕੇ ਜਿਹੜੇ ਨੇ ਸਮਰਥਨ ਦੇ ਰਹੀਆਂ ਨੇ। ਕੀ ਸਮਝਦੇ ਹੋ ਕਿ ਇਹ ਰੋਟੀਆਂ ਸੇਕੀਆਂ ਜਾ ਰਹੀਆਂ ਸਿਆਸੀ, ਜਾਂ ਸੱਚ ਦੇ ਵਿੱਚ ਹੀ ਕਿਸਾਨਾਂ ਦੇ ਨਾਲ ਹਮਦਰਦੀ ਹੈ ਉਹਨਾਂ ਨੂੰ? ਮੈਂ ਪਹਿਲਾਂ ਤੁਹਾਨੂੰ ਬੇਨਤੀ ਕਰ ਚੁੱਕਾ ਵਾਂ ਕਿ ਸਾਰੀਆਂ ਪਾਰਟੀਆਂ ਕਿਸਾਨੀ ਦੇ ਮੁੱਦੇ 'ਚੋਂ ਆਪਣੀਆਂ ਵੋਟਾਂ ਬਟੋਰਨਾ ਚਾਹੁੰਦੀਆਂ ਨੇ ਜੀ। ਮੈਂ ਸਮਝਦਾ ਕਿ ਅੱਜ ਸਾਨੂੰ ਕਿਸਾਨਾਂ ਦਾ ਤੇ ਮਜ਼ਦੂਰ ਸੰਗਠਨ ਦਾ ਸਾਥ ਦੇਣਾ ਚਾਹੀਦਾ। ਆਪਣੇ ਝੰਡੇ ਘਰ ਰੱਖ ਕੇ ਜਾਓ, ਉੱਥੇ ਜਾ ਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਇਸ ਪਾਰਟੀ ਦਾ ਆ। ਮੈਂ ਸਮਝਦਾ ਉਹ ਕਵੇ ਇਹ ਕਿਸਾਨ ਦਾ ਪੁੱਤ ਆਇਆ। ਹੁਣ ਕਿਸਾਨ ਦਾ ਪੁੱਤ ਬੋਲੂਗਾ, ਉੱਥੇ ਇਹ ਨਹੀਂ ਕਹਿਣਾ ਚਾਹੀਦਾ ਕਿ ਹੁਣ ਆਹ ਲੀਡਰ ਬੋਲੂਗਾ, ਆਹ ਬੋਲੂਗਾ।
ਉਹ ਕਹਿਣ ਇਹ ਕਿਸਾਨ ਦਾ ਪੁੱਤ ਆ, ਕਿਸਾਨ ਦਾ ਪੁੱਤ ਬੋਲੂ, ਕਿਸਾਨੀ ਦੇ ਹੱਕ 'ਚ ਬੋਲੂਗਾ। ਤਾਂ ਮੈਂ ਸਮਝਦਾ ਕਿ ਜੇ ਕਿਤੇ ਇਸ ਤਰ੍ਹਾਂ ਦੀ ਆਵਾਜ਼ ਬੁਲੰਦ ਹੋ ਜੇ ਤਾਂ ਸਾਰਾ ਕੁਝ ਠੀਕ ਹੋ ਸਕਦਾ। ਜੇ ਤੁਹਾਡੀ ਪਾਰਟੀ ਦੀ ਗੱਲ ਕਰੀਏ ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਜਦੋਂ ਟੁੱਟਿਆ ਤੁਹਾਡਾ ਜੜਚੋੜ, ਉਸ ਤੋਂ ਬਾਅਦ ਟਕਸਾਲੀ ਹੋਂਦ ਦੇ ਵਿੱਚ ਆਉਂਦੀ ਹੈ, ਪਰ ਕਿਤੇ ਨਾ ਕਿਤੇ ਤੀਜਾ ਜਿਹੜਾ ਬਦਲ ਨਜ਼ਰ ਨਹੀਂ ਆ ਰਿਹਾ। ਕਿਉਂਕਿ ਢੀਂਡਸਾ ਪਰਿਵਾਰ ਸੀ ਉਹ ਵੀ ਤੁਹਾਡੇ ਤੋਂ ਅਲੱਗ ਹੋ ਗਿਆ। ਜੇ ਗੱਲ ਕੀਤੀ ਜਾਵੇ ਬੋਨੀ ਅਜਨਾਲੇ ਦੀ, ਉਹ ਵੀ ਤੁਹਾਡੇ ਤੋਂ ਅਲੱਗ ਹੋ ਜੀ। ਸੇਵਾ ਸਿੰਘ ਸੇਖਵਾਂ ਜੀ ਉਹ ਵੀ ਅਲੱਗ ਹੋ ਜੀ। ਕਿਤੇ ਨਾ ਕਿਤੇ ਕੀ ਵਜ੍ਹਾ ਰਹੀ ਇਹਨਾਂ ਦੇ ਅਲੱਗ ਹੋਣ ਦੀ? ਦੇਖੋ ਇਸ ਤਰ੍ਹਾਂ ਵਾ ਕਿ ਅਸੀਂ ਮਨ ਕਰਕੇ ਬਾਦਲਾਂ ਦੀਆਂ ਜੋ ਧਾਰਮਿਕ ਤੌਰ ਤੇ ਅਵੱਗਿਆ ਉਹਨਾਂ ਨੇ ਕੀਤੀ ਆ, ਰਾਮ ਰਹੀਮ ਨੂੰ ਮਾਫੀ ਦਿੱਤੀ ਆ, ਜੋ ਗੋਲੀकांड ਹੋਇਆ 2 ਸਿੰਘ ਸ਼ਹੀਦ ਹੋ ਗਏ, ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਦੁਰਵਰਤੋਂ ਇਹਨਾਂ ਨੇ ਕੀਤੀ ਉਸ ਸਮੇਂ ਦੇ ਵਿੱਚ, ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਉੱਥੋਂ ਨਿਕਲੇ ਸੀ। ਬ੍ਰਹਮਪੁਰਾ ਸਾਹਿਬ ਸਰਦਾਰ ਅਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ ਸੀ ਉਹ ਮੌਕੇ ਦੇ। ਜੀ ਜੀ 17 ਦੀ ਮੈਂ ਚੋਣ ਵੀ ਲੜੀ ਸੀ, ਉਸੇ ਪਾਰਟੀ ਵੱਲੋਂ ਲੜੀ ਸੀ। ਗਾਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਉਹਨਾਂ ਦਾ ਕੈਂਡੀਡੇਟ ਹੋ ਸਕਦਾ ਸੀ, ਪਰ ਅਸੀਂ ਉੱਥੋਂ ਇਸ ਕਰਕੇ ਹੀ ਵਾਪਸ ਨਿਕਲੇ ਸੀ ਕਿ ਉਹਨਾਂ ਨੇ ਜੋ ਡਿਊਟੀ ਸੀ ਉਹ ਪੂਰੀ ਨਹੀਂ ਨਿਭਾਈ। ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਮੁੱਖ ਮੰਤਰੀ ਸੀ, ਗ੍ਰਹਿ ਵਿਭਾਗ ਸੀ ਇਹਨਾਂ ਦੇ ਕੋਲ। ਜੇ ਚਾਹੁੰਦੇ ਤੇ ਮੈਂ ਸਮਝਦਾ ਹਾਂ ਕਿ ਉਦੋਂ 2015 ਤੋਂ ਲੈ ਕੇ ਜੇ ਉਦੋਂ ਦੀ ਕਾਰਵਾਈ ਸ਼ੁਰੂ ਕੀਤੀ ਹੁੰਦੀ, ਰਾਮ ਰਹੀਮ ਨੂੰ ਮਾਫੀ ਨਾ ਦਿੱਤੀ ਹੁੰਦੀ ਚੰਦ ਵੋਟਾਂ ਦੀ ਖਾਤਰ, ਤਾਂ ਮੈਂ ਸਮਝਦਾ ਕਿ ਅੱਜ ਜਿਹੜੀਆਂ ਝੜਪਾਂ, ਅੱਜ ਜਿਹੜਾ ਟਾਸਕ ਫੋਰਸ ਜਾਂ ਸਿੱਖ ਜਥੇਬੰਦੀਆਂ ਅੱਜ ਦਰਬਾਰ ਸਾਹਿਬ ਦੇ ਅੰਦਰ ਇੱਕ ਦੂਜੇ ਨੂੰ ਵੱਢ ਟੁੱਕ ਰਹੀਆਂ ਵਾ, ਮੈਂ ਸਮਝਦਾ ਹਾਂ ਕਿ ਇਹ ਅੱਜ ਤੱਕ ਨਹੀਂ ਸੀ ਹੋਣਾ। ਕਾਂਗਰਸ ਨੇ ਪਹਿਲਾਂ ਮੁਗਲਾਂ ਨੇ ਸਾਡੇ ਦੇ ਉੱਤੇ ਬੜੇ ਵੱਡੇ ਹਮਲੇ ਕੀਤੇ ਆ, ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਦੇ ਰਹੇ ਨੇ, ਢਾਉਂਦੇ ਰਹੇ ਨੇ। ਇਸੇ ਤਰ੍ਹਾਂ ਤੇ ਇੰਦਰਾ ਗਾਂਧੀ ਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਬਰਨਾਲਾ ਸਾਹਿਬ ਨੇ ਵੀ ਤੁਹਾਡੇ ਸਾਹਮਣੇ ਬਲੈਕ ਥੰਡਰ ਕੀਤਾ। ਤੇ ਹੁਣ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ, ਧਰਮ ਦੇ ਜਿਹੜੇ ਠੇਕੇਦਾਰ ਨੇ, ਬਾਦਲ ਪਰਿਵਾਰ ਜਾਂ ਲੌਂਗੋਵਾਲ ਸਾਹਿਬ ਜਾਂ ਹੋਰ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਨੇ, ਹੁਣ ਉਹਨਾਂ ਨੇ ਜੋ ਕੱਲ੍ਹ ਕੀਤਾ ਵਾ, ਮੈਂ ਸਮਝਦਾ ਵਾਂ ਕਿ ਇਹ ਬਹੁਤ ਨਿੰਦਣਯੋਗ ਆ। ਇਹਦੇ ਨਾਲ ਬਹੁਤ ਵੱਡੀ ਦੁਨੀਆ ਭਰ ਦੇ ਸਿੱਖਾਂ ਦੇ ਜਿਹੜੇ ਨੇ ਹਿਰਦੇ ਨੇ ਉਲੰਘਰੇ ਗਏ ਨੇ। ਹਰ ਇੱਕ ਬੰਦੇ ਨੂੰ ਅਧਿਕਾਰ ਆ ਲੋਕਤੰਤਰ ਦੇ ਵਿੱਚ ਕਿ ਉਹ ਕਿਤੇ ਵੀ ਮੰਗ ਮਨਾਉਣ ਵਾਸਤੇ ਆਪਣਾ ਧਰਨਾ ਪ੍ਰਦਰਸ਼ਨ ਕਰ ਸਕਦਾ ਵਾ। ਬਾਦਲ ਸਾਹਿਬ ਗਵਰਨਰ ਦੇ ਬੂਹੇ ਗਾੜੀ ਜਾ ਕੇ ਧਰਨੇ ਮਾਰ ਸਕਦੇ ਨੇ, ਦਿੱਲੀ ਜਾ ਕੇ ਮਾਰ ਸਕਦੇ ਨੇ, ਤੇ ਕੀ ਗੱਲ ਕੋਈ ਸਿੱਖ ਜਥੇਬੰਦੀਆਂ ਇੱਕ ਰਿਪੋਰਟ ਮੰਗਣ ਦੀ ਖਾਤਰ ਧਰਨਾ ਨਹੀਂ ਮਾਰ ਸਕਦੀਆਂ? ਮੰਗਿਆ ਕੀ ਉਹਨਾਂ ਰਿਪੋਰਟ ਹੀ ਮੰਗ ਰਹੇ ਨੇ। ਉਹੀ ਰਿਪੋਰਟ ਜਿਹੜੀ ਕੱਲ੍ਹ ਨੂੰ ਜਨਤਕ ਹੋ ਹੀ ਜਾਣੀ ਆ, 2 4 5 10 ਦਿਨਾਂ ਨੂੰ ਜਨਤਕ ਹੋ ਹੀ ਜਾਣੀ ਆ। ਤੇ ਜੇ ਉਹ ਰਿਪੋਰਟ ਮੰਗਦੇ ਨੇ ਤੇ ਮੈਂ ਸਮਝਦਾ ਕਿ ਉਹਨਾਂ ਦੇ ਉੱਤੇ ਲਾਠੀ ਚਾਰਜ ਕਰਨਾ, 1000 2000 ਬੰਦਾ ਲਾਗਲੇ ਗੁਰਦੁਆਰਿਆਂ 'ਚੋਂ ਇਕੱਠਾ ਕਰਕੇ ਲਿਆ ਕੇ ਤੇ ਉਹਨਾਂ ਦੀ ਗਿੱਦੜ ਕੁੱਟ ਕਰਨੀ, ਮੈਂ ਸਮਝਦਾ ਬਹੁਤ ਮਾੜੀ ਕੀਤੀ ਆ। ਇਹਦੇ ਨਾਲ ਬਹੁਤ ਸਿੱਖਾਂ ਦੇ ਜਿਹੜੇ ਹਿਰਦੇ ਨੇ ਉਹ ਲੁੰਧਰੇ ਗਏ ਨੇ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿੱਚ ਠੱਲ ਪਾਉਣ ਵਾਸਤੇ ਕੋਈ ਨਾ ਕੋਈ ਗੱਲ ਕਰਨੀ ਚਾਹੀਦੀ ਆ। ਸਿੱਖ ਜਥੇਬੰਦੀਆਂ ਦਾ ਅਧਿਕਾਰ ਆ, ਪੰਜਾਬ ਦੇ ਹਰ ਸਿੱਖ ਦਾ ਅਧਿਕਾਰ ਆ ਕਿ ਜੋ ਪਿਛਲੇ ਸਮੇਂ ਦੇ ਵਿੱਚ ਕੋਈ ਗਲਤੀਆਂ ਜਿਨ੍ਹਾਂ ਕੋਲ ਵੀ ਹੋਈਆਂ ਉਹਨਾਂ ਦੇ ਕੋਲੋਂ ਉਹ ਕੋਈ ਮੰਗ ਕਰ ਸਕਦੇ ਆ। ਮੰਗਣਾ ਤੇ ਕੋਈ ਜੁਰਮ ਨਹੀਂ, ਪਰ ਇਹਦਾ ਮਤਲਬ ਤੁਸੀਂ ਕੁਝ ਦੇਣਾ ਨਹੀਂ, ਕੋਈ ਉਹਨਾਂ ਨੂੰ ਕੋਈ ਰਿਪੋਰਟ ਨਹੀਂ ਦੇਣੀ, ਉਹਨਾਂ ਨੂੰ ਕੁੱਟੋ ਤਾਂ ਨਾ। ਤੁਸੀਂ ਕਹੋ ਵੀ ਨਹੀਂ ਸਾਡੇ ਕੋਲ ਨਹੀਂ ਹੈਗੀ, ਤੁਸੀਂ ਅਕਾਲ ਤਖਤ ਸਾਹਿਬ ਤੋਂ ਲੈ ਲਓ, ਉੱਧਰ ਨੂੰ ਤੋੜ ਦੇਣ। ਪਰ ਉੱਥੇ ਜੋ ਕੁਝ ਹੋਇਆ ਬਹੁਤ ਮੰਦਭਾਗਾ ਹੋਇਆ। ਜੀ ਬ੍ਰਹਮਪੁਰਾ ਸਾਹਿਬ, ਮੈਂ ਸਵਾਲ ਕੀਤਾ ਸੀ ਕਿ ਤੁਹਾਡੇ ਨਾਲ ਜਿਹੜੇ ਜਿਨ੍ਹਾਂ ਨੇ ਬਾਦਲ ਪਰਿਵਾਰ ਛੱਡਿਆ ਸੀ, ਢੀਂਡਸਾ ਪਰਿਵਾਰ ਹੋਇਆ, ਬੋਨੀ ਸਾਹਿਬ ਅਜਨਾਲਾ ਜੀ ਹੋਏ, ਅਜਨਾਲਾ ਪਰਿਵਾਰ ਸੀ ਜਾਂ ਸੇਖਵਾ ਪਰਿਵਾਰ ਸੀ, ਉਹਨਾਂ ਨਾਲ ਕਿਉਂ ਨਹੀਂ ਤਾਲਮਾਲ ਬਿਠਾ ਪਾਈ ਟਕਸਾਲੀ ਪਾਰਟੀ? ਨਹੀਂ, ਐਸਾ ਨਹੀਂ ਆ। ਜਦੋਂ ਅਸੀਂ ਛੱਡ ਕੇ ਆਏ ਸੀ ਉਦੋਂ ਬ੍ਰਹਮਪੁਰਾ ਸਾਹਿਬ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ। ਸੇਵਾ ਸਿੰਘ ਸੇਖਵਾਂ, ਡਾਕਟਰ ਦਲ ਸਿੰਘ ਜਨਾਲਾ, ਉਸ ਤੋਂ ਬਾਅਦ ਵੀਰ ਦਵਿੰਦਰ ਸਿੰਘ ਜੀ ਆਏ, ਬੱਬੀ ਬਾਦਲ ਜੀ ਆਏ, ਮੈਂ ਆਇਆ, ਆਪਣਾ ਬੋਨੀ ਜੀ ਆਏ, ਔਰ ਹੋਰ ਬਹੁਤ ਲੋਕ ਆਏ। ਮੱਕਨ ਸਿੰਘ ਨੰਗਲ ਨੇ, ਬਡਾਲੀ ਸਾਹਿਬ ਜਿਹੜੇ ਸਾਡੇ ਉਜਾਗਰ ਸਿੰਘ ਬਡਾਲੀ ਸਾਬਕਾ MLA ਨੇ, ਬਹੁਤ ਲੋਕਾਂ ਨੇ ਆਣ ਕੇ ਸਹਿਯੋਗ, ਪੀਰ ਮੁਹੰਮਦ ਸਾਹਿਬ ਨੇ ਜਿਨ੍ਹਾਂ ਦਾ ਬਹੁਤ ਬੁੱਧੀਜੀਵੀ ਨੇ, ਬਹੁਤ ਲੋਕਾਂ ਦੇ ਵਿੱਚ ਉਹਨਾਂ ਨੇ ਹੁਣ ਧਰਮ ਦੀ ਹੁਣ ਤੱਕ ਬੜੀ ਵੱਡੀ ਲੜਾਈ ਲੜੀ ਆ। ਉਹ ਆਏ ਨੇ। ਆਣਾ ਜਾਣਾ ਪਾਰਟੀਆਂ ਦੇ ਵਿੱਚ ਹੁੰਦਾ ਰਹਿੰਦਾ ਵਾ, ਪਰ ਸਾਡੀ ਸਾਰਿਆਂ ਦੀ ਸੋਚ ਇੱਕ ਆ। ਭਾਵੇਂ ਢੀਂਡਸਾ ਸਾਹਿਬ ਨੇ ਸਾਲ 1.5 ਸਾਲ ਮਗਰੋਂ ਛੱਡਿਆ ਬਾਦਲਾਂ ਨੂੰ, ਉਹ ਵੀ ਤੇ ਇਹਨਾਂ ਗੱਲਾਂ ਦੇ ਕਰਕੇ ਛੱਡ ਕੇ ਆਏ ਨੇ ਵੀ ਉੱਥੇ ਡਿਕਟੇਟਰਪੁਣਾ ਸੀ, ਉੱਥੇ ਜਿਹੜੀ ਪਾਰਟੀ ਨੂੰ ਸੀ ਉਹ ਇੱਕ ਬਿਜ਼ਨਸ ਦੇ ਤੌਰ ਤੇ ਚਲਾਇਆ ਜਾ ਰਿਹਾ ਸੀ, ਉਹ ਵੀ ਛੱਡ ਕੇ ਆਏ ਨਹੀਂ। ਪਰ ਹੁਣ ਜਿਹੜਾ ਇਸ ਵੇਲੇ ਹਾਲਾਤ ਨੇ ਉਹ ਬੜੇ ਵਧੀਆ ਸੁਖਾਵੇਂ ਹਾਲਾਤ ਨੇ। ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦੀ ਔਰ ਢੀਂਡਸਾ ਸਾਹਿਬ ਦੀ ਜਿਹੜੀ ਆ ਉਹ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਬੜੇ ਸਾਲ 40 ਸਾਲ ਇਕੱਠਿਆਂ ਕੰਮ ਕੀਤਾ ਵਾ,
ਸਾਡੀ ਸੋਚ ਵੀ ਇੱਕ ਆ, ਸਾਡਾ ਪ੍ਰੋਗਰਾਮ ਵੀ ਇੱਕ ਆ, ਕਿਉਂਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਜੋ ਬਾਦਲਾਂ ਨੇ ਧਰਮ ਦਾ ਨੁਕਸਾਨ ਕੀਤਾ ਵਾ, ਜੋ ਕਾਂਗਰਸ ਪਾਰਟੀ ਨੇ ਸਾਡੇ ਪੰਜਾਬ ਦਾ ਨੁਕਸਾਨ ਕੀਤਾ ਵਾ, ਤੇ ਅਸੀਂ ਜਿਹੜੀਆਂ ਇਹ ਸਾਡੀ ਸੋਚ ਇੱਕ ਹੈ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਇਕੱਠੇ ਹੋਵਾਂਗੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇ ਤੇ ਭਾਵੇਂ 2022 ਦੀਆਂ ਚੋਣਾਂ ਉਹਨਾਂ ਅਸੀਂ ਇਕੱਠੇ ਹੋ ਕੇ ਲੜਾਂਗੇ। ਬਿਲਕੁਲ ਉਹਨਾਂ ਦੇ ਨਾਲ ਸਾਡਾ ਤਾਲਮੇਲ ਆ। ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਰਿਵਾਰ ਦੂਰ ਹੋਏ ਸੀ ਫਿਰ ਨਾਲ ਬਿਲਕੁਲ ਹੋ ਸਕਦਾ ਦੀਵਾਲੀ ਤੱਕ ਕੋਈ ਨਾ ਕੋਈ ਬਹੁਤ ਚੰਗਾ ਕੋਈ ਸੰਕੇਤ ਪੰਜਾਬ ਦੇ ਲੋਕਾਂ ਨੂੰ ਮਿਲੇ। ਅਸੀਂ ਸਮਝਦੇ ਹਾਂ ਕਿ ਮੈਂ ਫਿਰ ਬੇਨਤੀ ਕਰੂੰਗਾ ਕਿ ਪੰਜਾਬ ਦੇ ਜਿੰਨੀਆਂ ਤੈਸ਼ੀ ਪਾਰਟੀਆਂ ਵਾ, ਜਿਹੜੀਆਂ ਬਾਦਲਾਂ ਦੇ, ਭਾਰਤੀ ਜਨਤਾ ਪਾਰਟੀ ਦੇ ਔਰ ਕਾਂਗਰਸ ਪਾਰਟੀ ਦੇ ਦੇ ਖਿਲਾਫ ਨੇ, ਅਸੀਂ ਉਹਨਾਂ ਸਭ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਹਾਂ। ਔਰ ਉਹਨਾਂ ਦੇ ਅੱਗੇ ਨਹੀਂ, ਉਹਨਾਂ ਦੇ ਨਾਲ ਵੀ ਚੱਲਣ ਲਈ ਤਿਆਰ, ਉਹਨਾਂ ਦੇ ਮਗਰ ਹੋ ਕੇ ਚੱਲਣ ਲਈ ਵੀ ਤਿਆਰ ਹਾਂ ਕਿ ਤਾਂ ਜੋ ਅਸੀਂ ਪੰਜਾਬ ਦਾ ਭਲਾ ਜਿਹੜਾ ਵਾ ਉਹ ਕਰ ਸਕੀਏ, ਸਾਡੇ ਧਾਰਮਿਕ ਤੌਰ 'ਤੇ ਵੀ ਤੇ ਰਾਜਨੀਤਿਕ ਤੌਰ 'ਤੇ ਵੀ। ਜਦ SGPC ਚੋਣਾਂ ਦੀ ਕੀਤੀ ਹੈ ਤੁਸੀਂ ਬ੍ਰਹਮਪੁਰਾ ਸਾਹਿਬ, ਕਮਿਸ਼ਨ ਜਿਹੜਾ ਬਿਠਾਤਾ ਗਿਆ ਹੈ, ਕਿੰਨੇ ਕੁ ਦੇਰ ਤਾਈਂ ਚੋਣਾਂ ਹੋਣ ਦੀ ਉਮੀਦ ਜਤਾਈ ਜਾ ਰਹੀ? ਦੇਖੋ, ਅਸੀਂ ਤੇ ਕਈਆਂ ਸਾਲਾਂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਦਲ ਅਕਾਲੀ ਦਲ ਜਾਂ ਸੁਖਬੀਰ ਸਿੰਘ ਜੀ ਨਹੀਂ ਹੋਣਾ ਦੇਣਾ ਚਾਹੁੰਦੇ। ਜਿੱਦਣ ਇਹਨਾਂ ਦੀ ਉਹਨੇ ਕਿਹਾ ਆਪਸ ਵਿੱਚ ਹੀ ਤਲਾਕ ਹੋ ਗਿਆ ਭਾਰਤੀ ਜਨਤਾ ਪਾਰਟੀ ਦਾ, ਤੇ ਹੁਣ ਤਾਂ ਟੁੱਟ ਗਿਆ, ਬਾਦਲ ਦਾ ਤਲਾਕ ਹੋ ਗਿਆ, ਰਿਸ਼ਤਾ ਟੁੱਟ ਗਿਆ, ਸਾਰਾ ਕੁਝ ਹੋ ਗਿਆ, ਡਿਵੋਰਸ ਹੋ ਗਿਆ, ਘਰੋਂ ਘਰੀ ਬਹਿ ਗਏ। ਉਦੋਂ ਹੀ ਉਹਨਾਂ ਨੇ 10 ਦਿਨਾਂ ਬਾਅਦ ਹੀ ਜਿਹੜੀ ਅਸੀਂ ਹੁਣ ਤੱਕ ਮੰਗ ਕਰਦੇ ਸੀ, ਉਹ ਸਾਡੀ ਤਾਂ ਮੰਗ ਮੰਨੀ ਨਹੀਂ ਗਈ। ਹੋ ਸਕਦਾ ਉਹਨਾਂ ਨੂੰ ਧਮਕਾਉਣ ਦੀ ਖਾਤਰ ਕੁਛ ਨਾ ਕੁਛ ਉਹਨਾਂ ਨੇ ਉਹ ਜਿਹੜਾ ਇਲੈਕਸ਼ਨ ਕਰਾਉਣ ਵਾਸਤੇ ਜਿਹੜਾ ਕਮਿਸ਼ਨ ਨਿਯੁਕਤ ਕਰ ਦਿੱਤਾ ਵਾ, ਉਹਦਾ ਸਵਾਗਤ ਵੀ ਕਰਦੇ ਹਾਂ, ਕਿਉਂਕਿ ਲੋਕਾਂ ਦੀ ਬੜੇ ਚਿਰ ਤੋਂ ਮੰਗ ਸੀ। ਔਰ ਇਲੈਕਸ਼ਨ ਹੋਣੀ ਚਾਹੀਦੀ ਹੈ। ਜੇ ਪਾਰਲੀਮੈਂਟ ਦੀ ਚੋਣ 5 ਸਾਲਾਂ 'ਚ ਹੁੰਦੀ ਹੈ, ਇੱਕ ਦਿਨ ਨਹੀਂ ਵੱਧਦਾ। ਵਿਧਾਨ ਸਭਾ ਦੀ ਚੋਣ 5 ਸਾਲਾਂ 'ਚ ਹੁੰਦੀ ਹੈ, ਇੱਕ ਦਿਨ ਨਹੀਂ ਉੱਤੇ ਜਾਂਦਾ। ਪੰਚਾਇਤਾਂ ਦੀ ਚੋਣ ਹੁੰਦੀ ਆ, ਬਲਾਕ ਸੰਮਤੀਆਂ ਦੀ ਹੁੰਦੀ ਆ, ਜ਼ਿਲ੍ਹਾ ਪਰਿਸ਼ਦ ਦੀ ਹੁੰਦੀ ਆ, ਤੇ ਕੀ ਕਾਰਨ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ 'ਚ ਕੀ ਤਕਲੀਫ ਹੈ? ਇਹਨਾਂ ਨੂੰ ਕਰਾਉਣ, ਜਿਹਨੂੰ ਲੋਕ ਚੰਗਾ ਸਮਝਣਗੇ ਲੈ ਆਉਣਗੇ, ਜਿਹਨੂੰ ਸਾਫ਼ ਸੁਥਰਾ ਸਮਝਣਗੇ ਲੈ ਆਉਣਗੇ। ਔਰ ਮੈਂ ਸਮਝਦਾ ਵਾਂ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਫੈਸਲਾ ਕੀਤਾ ਵਾ, ਔਰ ਢੀਂਡਸਾ ਸਾਹਿਬ ਦੀ ਪਾਰਟੀ ਨੇ ਵੀ ਇਹ ਫੈਸਲਾ ਕਰ ਲਿਆ ਕਿ ਸਾਡਾ ਰਾਜਨੀਤਿਕ ਵਿੰਗ ਵੱਖਰਾ ਹੋਊਗਾ ਤੇ ਧਾਰਮਿਕ ਵਿੰਗ ਵੱਖਰਾ ਹੋਊਗਾ। ਜਿਸ ਬੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨੀ ਆ, ਉਹ ਸ਼੍ਰੋਮਣੀ ਕਮੇਟੀ ਧਾਰਮਿਕ ਬੰਨੇ ਰਹੂਗਾ, ਉਹਦਾ ਰਾਜਨੀਤਿਕ ਵਾਲੇ ਬੰਨੇ ਕੋਈ ਜਿਹੜਾ ਵਾ ਉਹ ਲੈਣਾ ਦੇਣਾ ਨਹੀਂ ਹੋਊਗਾ। ਮਤਲਬ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਢੀਂਡਸਾ ਪਰਿਵਾਰ ਰਲ ਕੇ ਲੜਨ, ਹੋਰ ਵੀ ਬਹੁਤ ਜਿਹੜੀਆਂ ਸਿੱਖ ਸੰਸਥਾਵਾਂ ਵਾ, ਭਾਈ ਰਣਜੀਤ ਸਿੰਘ ਜੀ ਜਿਹੜੀ ਪੰਜਾਬ ਚੇਤਨਾ ਲਹਿਰ ਉਹਨਾਂ ਬਣਾਈ ਆ, ਉਹ ਆ ਆਪ ਵਾਲੇ ਵੀ ਹੋ ਸਕਦਾ ਵਾ, ਭਾਵੇਂ ਉਹ ਆਪ ਲੜਨ ਜਾਂ ਸਪੋਰਟ ਕਰਨ। ਬੈਂਸ ਬ੍ਰਦਰ ਨੇ, ਸਾਡੇ ਖਹਿਰਾ ਸਾਹਿਬ ਨੇ, ਹੋਰ ਵੀ ਜਿੰਨੀਆਂ ਵੀ ਮੈਂ ਕਹਿ ਦਿੱਤਾ ਤੁਹਾਨੂੰ ਕਿ ਵੇਖੋ ਕਾਂਗਰਸ ਪਾਰਟੀ ਨੇ ਆਪ ਕਦੀ ਵੀ ਸਿੱਧੀ ਇਲੈਕਸ਼ਨ ਲੜਨੀ ਨਹੀਂ ਹੁੰਦੀ, ਪਰ ਉਹ ਆਪਣੇ ਪਿੱਛੋਂ ਜਿੰਨਾ ਕੁ ਉਹਨਾਂ ਦਾ ਜ਼ੋਰ ਹੁੰਦਾ ਵਾ ਉਹ ਹਮੇਸ਼ਾ ਹੀ ਮਾਰਦੀਆਂ ਰਹੀਆਂ ਵਾ, ਪਹਿਲਾਂ ਵੀ ਮਾਰਦੀਆਂ ਰਹੀਆਂ, ਗਾਂ ਵੀ ਮਾਰਨਗੀਆਂ। ਇਹਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ, ਇੱਥੇ ਬਾਦਲ ਅਕਾਲੀ ਦਲ ਵਰਸਸ ਜਿਹੜੀ ਆ ਦੂਸਰੀ ਸਭ ਗੱਠਜੋੜ ਦੀਆਂ ਹੋਣੀਆਂ ਵਾ। ਔਰ ਲੋਕਾਂ ਨੇ ਪਿਛਲਾ ਸਮਾਂ ਬਾਦਲ ਪਰਿਵਾਰ ਨੇ ਕਿਤਨਾ ਸ਼੍ਰੋਮਣੀ ਕਮੇਟੀ ਨੂੰ ਚਲਾਇਆ, ਕਿਤਨਾ ਉਹਨਾਂ ਦੀ ਲੁੱਟ ਖਸੁੱਟ ਹੋਈ ਆ, ਕਿਤਨਾ ਕਰੋੜਾਂ ਰੁਪਈਆਂ ਦੇ ਜਿਹੜੇ ਨੇ ਉਹ ਘਪਲੇ ਹੋਏ ਨੇ, ਸਾਰਾ ਕੁਝ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਆ। ਤੇ ਇਸ ਕਰਕੇ ਲੋਕਾਂ ਨੂੰ ਜਾਗਰੂਕ ਨੇ, ਲੋਕ ਆਉਣ ਵਾਲੇ ਸਮੇਂ 'ਚ ਤਬਦੀਲੀ ਚਾਹੁੰਣਗੇ। ਔਰ ਇਸ ਇੱਕ ਮੰਤ ਪਹਿਲਾਂ ਕੱਢੇ ਸੀ, ਹੁਣ ਮੰਤ ਲੋਕਾਂ ਨੇ ਦੂਜੀ ਵਾਰ ਕੱਢਣੇ ਆ, ਤੇ ਤੁਹਾਡੇ ਸਾਹਮਣੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਚੰਗੇ ਕੈਂਡੀਡੇਟ ਲਿਆਵਾਂਗੇ। ਬ੍ਰਹਮਪੁਰਾ ਸਾਹਿਬ, ਛੋਟਾ ਜਿਹਾ ਸਵਾਲ ਹੈ ਮੇਰੇ ਜ਼ਿਹਨ ਦੇ ਵਿੱਚ ਆ ਗਿਆ ਕਿ ਸੁਖਬੀਰ ਬਾਦਲ ਸਾਹਿਬ ਨੂੰ ਬ੍ਰਹਮਪੁਰਾ ਸਾਹਿਬ ਅੱਜ ਬਹੁਤ ਆੜੀ ਹੱਥੀ ਲੈਂਦੇ ਨੇ ਜਦੋਂ ਲੈਂਦੇ ਨੇ, ਪਰ ਥਾਪੜਾ ਵੀ ਤਾਂ ਦਿੰਦੇ ਰਹੇ ਨੇ ਬ੍ਰਹਮਪੁਰਾ ਸਾਹਿਬ। ਇਸ ਤਰ੍ਹਾਂ ਵਾ ਵੀ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦਾ ਰਾਜਨੀਤਿਕ ਜੀਵਨ ਬਹੁਤ ਲੰਮਾ ਵਾ ਜੀ। ਉਹ ਤਕਰੀਬਨ 20-21 ਸਾਲ ਦੀ ਉਮਰ ਦੇ ਸੀ ਜਦੋਂ ਉਹਨਾਂ ਨੇ ਸਿਆਸਤ 'ਚ ਪੈਰ ਰੱਖਿਆ ਸੀ। ਬਹੁਤ ਛੋਟੀ ਉਮਰ ਤੋਂ ਉਹਨਾਂ ਨੇ ਸਿਆਸਤ ਦੇ ਵਿੱਚ ਆਣ ਕੇ ਆਪਣਾ ਇੱਥੋਂ ਤੱਕ ਮਕਾਮ ਹਾਸਲ ਕੀਤਾ। ਕੋਈ ਉਹਨਾਂ ਦਾ ਪਿਓ ਦਾਦਾ ਪਿਤਾ ਜੀ ਜਾਂ ਉਹਨਾਂ ਦੇ ਕੋਈ ਸਿਆਸਤ 'ਚ ਨਹੀਂ ਸੀ, ਉਹਨਾਂ ਨੇ ਆਪਣੇ ਬਲਬੂਤੇ 'ਤੇ ਨਾਂ ਬਣਾਇਆ। ਔਰ ਕੋਈ ਵੀ ਪੰਜਾਬ ਦਾ ਮੋਰਚਾ ਨਹੀਂ ਸੀ ਜਿੱਥੇ ਉਹਨਾਂ ਨੇ ਜੇਲ੍ਹ ਨਹੀਂ ਕੱਟੀ। ਤਕਰੀਬਨ 10 ਤੋਂ 11 ਸਾਲ ਉਹਨਾਂ ਨੇ ਜੇਲ੍ਹ ਕੱਟੀ ਆ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਸਭ ਤੋਂ ਨੇੜੇ ਦੇ ਸਾਥੀ ਸੀ, ਇਹ 'ਚ ਵੀ ਕੋਈ ਦੋ ਰਾਏ ਨਹੀਂ। ਅਤੇ ਜਦੋਂ ਜਿਸ ਪਰਿਵਾਰ ਜਿਸ ਦੇ ਨਾਲ ਤੁਹਾਡੀ ਸਾਂਝ ਹੋਵੇ ਉੱਥੇ ਥਾਪੜੇ ਵੀ ਦੇਣੇ ਪੈਂਦੇ ਆ, ਬਹੁਤ ਥਾਪੜੇ ਦਿੰਦੇ ਰਹੇ ਆ। ਸੁਖਬੀਰ ਬਾਦਲ ਨੂੰ ਵੀ ਜੇ ਬਣਾਇਆ ਸੀ ਜਦੋਂ ਪ੍ਰਧਾਨ ਬ੍ਰਹਮਪੁਰਾ ਸਾਹਿਬ ਨੇ ਨਾਂ ਉਹਨਾਂ ਦਾ ਰੱਖਿਆ ਸੀ, ਢੀਂਡਸਾ ਸਾਹਿਬ ਨੇ ਸੈਕਿੰਡ ਕੀਤਾ ਸੀ। ਪਰ ਜੇ ਉਹ ਠੀਕ ਲੀਹਾਂ 'ਤੇ ਆ ਜਾਂਦੇ, ਇਸ ਪਾਰਟੀ ਨੂੰ ਇੱਕ ਬਿਜ਼ਨਸ ਦੇ ਤੌਰ 'ਤੇ ਨਾ ਚਲਾਉਂਦੇ, ਜਾਂ ਜਿਸ ਤਰ੍ਹਾਂ ਬਾਦਲ ਸਾਹਿਬ ਜਾਂ ਜਿਸ ਤਰ੍ਹਾਂ ਹੋਰ ਪੁਰਾਣੇ ਲੀਡਰ ਚਲਾਉਂਦੇ ਰਹੇ ਸੀ ਉਸ ਤਰ੍ਹਾਂ ਚਲਾਉਂਦੇ, ਤਾਂ ਸ਼ਾਇਦ ਮੈਂ ਸਮਝਦਾ ਵਾਂ ਕਿ ਕੰਮ ਚੱਲੀ ਜਾਂਦਾ। ਪਰ ਜਦੋਂ
ਡਿਕਟੇਟਰਾਂ ਨਾਲ ਫੈਸਲੇ ਹੋ ਜਾਂਦੇ ਨੇ ਸ਼ੁਰੂ, ਉਦੋਂ ਘਰ ਹੋਵੇ, ਪਰਿਵਾਰ ਹੋਵੇ, ਦੇਸ਼ ਹੋਵੇ, ਪਿੰਡ ਹੋਵੇ, ਸ਼ਹਿਰ ਹੋਵੇ, ਜਦੋਂ ਡਿਕਟੇਟਰਾਂ ਨਾਲ ਕੋਈ ਫੈਸਲੇ ਕਰਦਾ ਫਿਰ ਲੋਕ ਉਹ ਤੋਂ ਨਫ਼ਰਤ ਕਰਦੇ ਆ। ਬ੍ਰਹਮਪੁਰਾ ਸਾਹਿਬ, ਜਦੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੋਂਦ ਦੇ ਵਿੱਚ ਆਈ, ਉਸ ਤੋਂ ਬਾਅਦ ਬੜੇ ਸੱਦੇ ਪੱਤਰ ਦਿੱਤੇ ਗਏ। ਬ੍ਰਹਮਪੁਰਾ ਸਾਹਿਬ ਦਾ ਮੈਂ ਬਿਆਨ ਸੁਣ ਰਿਹਾ ਸੀ, ਉਹਨਾਂ ਨੇ ਨਵਜੋਤ ਸਿੱਧੂ ਵਾਸਤੇ ਵੀ ਕਿਹਾ ਸੀ ਕਿ ਜੇ ਆਉਣਾ ਚਾਹਣ ਸਾਡੀ ਪਾਰਟੀ ਦੇ ਵਿੱਚ ਤਾਂ ਆ ਸਕਦੇ। ਹੁਣ ਸਿੱਧੂ ਦਾ ਜਿਹੜੇ ਹਾਲਾਤ ਬਣੇ ਹੋਏ ਨੇ ਮੌਜੂਦਾ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਸਿੱਧੂ ਸਾਹਿਬ ਬਾਰੇ, ਨਵਜੋਤ ਸਿੰਘ ਸਿੱਧੂ ਸਾਹਿਬ ਬਾਰੇ ਜੇ ਬ੍ਰਹਮਪੁਰਾ ਸਾਹਿਬ ਨੇ ਹੁਣ ਤੱਕ ਆਪਣੀਆਂ ਵਿਚਾਰ ਰੱਖੇ ਸੀ, ਉਹਦਾ ਸਭ ਤੋਂ ਵੱਡਾ ਕਾਰਨ ਆ ਕਿ ਨਵਜੋਤ ਸਿੰਘ ਸਿੱਧੂ ਬਹੁਤ ਇਮਾਨਦਾਰ ਨੇ, ਉਹਨਾਂ 'ਤੇ ਕਿਸੇ ਤਰ੍ਹਾਂ ਦਾ ਦਾਗ ਨਹੀਂ। ਅੱਜ ਕੋਈ ਚੌਂਕੀਦਾਰੀ ਨਹੀਂ ਛੱਡਦਾ, ਪਿੰਡ ਦੇ ਕਿ ਚੌਂਕੀਦਾਰ ਨੰਬਰਦਾਰ ਬਣਾ ਕੇ ਵੇਖ ਲਓ, ਲੋਕੀ ਉਹ ਆਂਦੇ ਵੀ ਹੁਣ ਮੇਰਾ ਨੰਬਰਦਾਰ ਬਣਿਆ ਰਹੇ ਸਾਰੀ ਉਮਰ, ਜਾਂ ਉਸ ਤੋਂ ਬਾਅਦ ਉਹਦਾ ਮੇਰਾ ਮੁੰਡਾ ਨੰਬਰਦਾਰ ਬਣ ਜੇ। ਜਿੱਦਣ ਇਹਨਾਂ ਨੂੰ ਮਿਨਿਸਟਰੀ ਤੋਂ ਜਿਹੜਾ ਵਾ ਉਹ ਲਾਇਆ ਵਾ ਸਥਾਨਕ ਸਰਕਾਰਾਂ ਤੋਂ, ਤੇ ਬਿਜਲੀ ਵਿਭਾਗ ਇਹਨਾਂ ਨੂੰ ਦਿੱਤਾ, ਬਹੁਤ ਵੱਡਾ ਮਹਿਕਮਾ, ਬਿਜਲੀ ਵਿਭਾਗ ਛੋਟਾ ਨਹੀਂ ਸੀ ਜੀ, ਪਰ ਉਹਨਾਂ ਨੇ ਸਮਝਿਆ ਵੀ ਮੇਰੀ ਈਗੋ ਹਟ ਹੁੰਦੀ ਆ, ਉਹਨਾਂ ਨੂੰ ਵੀ ਮੈਨੂੰ ਨਹੀਂ ਲਾਉਣਾ ਚਾਹੀਦਾ। ਉਹਨਾਂ ਨੇ ਉਹ ਬਿਜਲੀ ਦਾ ਮਹਿਕਮਾ ਨਹੀਂ ਗ੍ਰਹਿਣ ਕੀਤਾ ਮੰਤਰੀ ਪਦ, ਤੇ ਉਹਨਾਂ ਨੇ ਛੱਡ ਕੇ ਆਪਣੇ ਘਰ ਬਹਿ ਗਏ। ਇਹ ਤੋਂ ਪਤਾ ਲੱਗਦਾ ਕਿ ਉਹਨਾਂ ਦੇ ਵਿੱਚ ਤਿਆਗ ਦੀ ਭਾਵਨਾ ਹੈਗੀ ਆ, ਉਹ ਲਾਲਚੀ ਨਹੀਂ ਗੇ। ਜੇ ਉਹ ਲਾਲਚੀ ਹੁੰਦੇ ਤੇ ਮਹਿਕਮਾ ਲੈ ਕੇ ਆਪਣਾ ਜਿੱਦਾਂ ਚਲਾਉਣਾ ਸੀ ਗੱਡੀ ਲੋਕੀ ਚਲਾਉਂਦੇ ਚਲਾਈ ਜਾਂਦੇ। ਬ੍ਰਹਮਪੁਰਾ ਸਾਹਿਬ ਨੇ ਇਸ ਕਰਕੇ ਉਹਨਾਂ ਨੂੰ ਆਫਰ ਵੀ ਦਿੱਤੀ, ਬੇਨਤੀਆਂ ਵੀ ਕੀਤੀਆਂ, ਇਹ ਵੀ ਕਿਹਾ ਕਿ ਆਓ ਤੁਸੀਂ ਅੱਗੇ ਲੱਗੋ, ਵਾਗਡੋਰ ਪੰਜਾਬ ਦੀ ਸਾਂਭੋ। ਚੰਗੇ ਬੰਦੇ ਦੀ ਸਿਫਤ ਕਰਨੀ ਬਣਦੀ ਆ, ਤੇ ਜਿਹੜਾ ਮੰਦਾ ਵਾ ਉਹਦੀ ਜਿਹੋ ਜਿਹੀ ਤੁਸੀਂ ਉਹਨੇ ਕਰਤੂਤ ਕੀਤੀ ਜਾਂ ਕੰਮ ਕੀਤੇ ਹੁੰਦੇ ਆ ਉਹਦੀ ਨਿੰਦਿਆ ਕਰਨੀ ਵੀ ਬਣਦੀ ਆ। ਇਸ ਕਰਕੇ ਮੈਂ ਸਮਝਦਾ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਬਹੁਤ ਨੇਕ ਨੀਤੀ ਦੇ ਨਾਲ ਉਹਨਾਂ ਨੇ ਸੋਚਿਆ ਸੀ ਕਿ ਮੈਂ ਸੇਵਾ ਕਰੂੰ। ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਜਦੋਂ ਉਹਨਾਂ ਨੇ ਸੇਵਾ ਕੀਤੀ ਸੀ, ਇਹ ਸਾਡੇ ਜਿਹੜੇ ਪੰਜਾਬ ਦੇ ਅਕਾਲੀ ਦਲ ਬਾਦਲ ਸੀ, ਇਹਨਾਂ ਦੀਆਂ ਲੜਾਈਆਂ ਕਰਕੇ ਹੀ ਉਹ ਜਿਹੜੇ ਆ ਉਹ ਕਾਂਗਰਸ 'ਚ ਗਏ ਸੀ। ਤੇ ਕੋਈ ਹੋਰ ਇਹ ਨਹੀਂ ਵੀ ਉਹਨਾਂ ਨੂੰ ਕੋਈ ਭਾਰਤੀ ਜਨਤਾ ਪਾਰਟੀ, ਉਹਨਾਂ ਨੇ ਕਿਹਾ ਸੀ ਵੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਬਾਦਲ ਦੇ ਨਾਲ ਜਿਹੜਾ ਆਪਣਾ ਗੰਢ ਤੋਪਿਆ ਜਿਹਨੂੰ ਕਹਿੰਦੇ ਆ ਉਹ ਛੱਡ ਦੇ, ਤੇ ਮੈਂ ਕਿਤੇ ਨਹੀਂ ਜਾਂਦਾ। ਹੁਣ ਵੀ ਤਾਂ ਛੱਡਿਆ ਹੀ ਹੈ ਨਾ। ਇਹੋ ਜਿਹਾ ਇੱਕ ਚੰਗਾ ਹੀਰਾ ਗਵਾ ਕੇ ਜਿਸ ਬੰਦੇ ਨੇ 3-4 ਵਾਰੀ ਉਹ ਪਾਰਲੀਮੈਂਟ ਦਾ ਮੈਂਬਰ ਬਣਿਆ, MLA ਬਣਿਆ, ਇਹਦਾ ਮਤਲਬ ਕੋਈ ਉਹਦੇ ਵਿੱਚ ਕੋਈ ਕੈਲੀਬਰ ਹੈਗਾ ਸੀ ਤਾਂ ਹੀ ਹੈ ਨਾ। ਬ੍ਰਹਮਪੁਰਾ ਸਾਹਿਬ, ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਭਗਵੰਤ ਮਾਨ ਜੀ, ਉਹਨਾਂ ਦਾ ਵੀ ਇੱਕ ਬਿਆਨ ਆ ਰਿਹਾ ਸੀ MSP ਜਿਹੜੀ ਹੈ ਪੰਜਾਬ ਸਰਕਾਰ ਤੋਂ ਜੀ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਪੰਜਾਬ ਸਰਕਾਰਾਂ ਦੀ ਹੈ ਕਿ ਸਾਡਾ ਜਿਹੜਾ ਖਜ਼ਾਨਾ ਖਾਲੀ ਹੈ? ਦੇਖੋ, ਭਗਵੰਤ ਮਾਨ ਜੀ ਨੇ ਜਿਹੜੀ ਮੰਗ ਕੀਤੀ ਆ ਉਹ ਤੇ ਕਿਸਾਨੀ ਦੇ ਹਿੱਤਾਂ ਦੀ ਗੱਲ ਕੀਤੀ ਆ, ਕੋਈ ਮਾੜੀ ਗੱਲ ਨਹੀਂ ਉਹਨਾਂ ਨੇ ਕੀਤੀ। ਪਰ ਆਪਾਂ ਨੂੰ ਪਤਾ ਕਿ ਜਿਹੜੀ ਪੰਜਾਬ ਦੇ ਚੋਂ ਕਣਕ ਤੇ ਝੋਨਾ ਚੁੱਕਦਾ ਉਹ FCI ਚੁੱਕਦੀ ਆ, ਤੇ ਉਹ ਸਾਰੇ ਹਿੰਦੁਸਤਾਨ 'ਚ ਜਾਂਦਾ ਵਾ ਜੀ। ਜਦੋਂ ਕਦੀ ਵੀ ਕਣਕ ਜਾਂ ਝੋਨੇ ਦੀ ਖਰੀਦ ਪੰਜਾਬ ਸਰਕਾਰ ਨੇ ਕਰਨੀ ਹੁੰਦੀ ਆ, ਤੇ ਪਹਿਲਾਂ ਇਹਨਾਂ ਦਾ ਸੈਂਟਰਲ ਮੂੰਹ ਹੁੰਦਾ ਵਾ ਕਿ ਸਾਨੂੰ ਲਿਮਟ ਦਿਓ 32,000 ਕਰੋੜ ਦੀ, 30,000 ਕਰੋੜ ਦੀ। ਉਹ ਅਸੀਂ ਲਿਮਟ ਲੈਂਦੇ ਹਾਂ, ਤੇ ਉਹਦੇ ਨਾਲ ਵੀ ਫਿਰ ਅਸੀਂ ਖਰੀਦਦੇ ਹਾਂ ਕਣਕ ਝੋਨਾ, ਤੇ ਕਿਸਾਨਾਂ ਨੂੰ ਫਿਰ ਅਸੀਂ ਪੇਮੈਂਟਾਂ ਕਰਦੇ ਹਾਂ। ਤੇ ਪੰਜਾਬ ਸਟੇਟ ਦਾ ਖਜ਼ਾਨਾ ਬਿਲਕੁਲ ਇਸ ਵੇਲੇ ਖਾਲੀ। ਇਹਨਾਂ ਕੋਲ ਤੇ ਸੜਕਾਂ ਨਹੀਂ ਬਣਦੀਆਂ, ਇਹਨਾਂ ਕੋਲ ਤੇ ਮੁਲਾਜ਼ਮਾਂ ਦੇ ਪੈਸੇ ਨਹੀਂ, ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਇਹਨਾਂ ਤੋਂ ਤੇ ਜਿਹੜੀ ਆ ਕਰੋਨਾ ਬਿਮਾਰੀ ਆਈ ਆ ਉਹਦੇ ਵਾਸਤੇ ਕੋਈ ਦਵਾਈ ਬੂਟੀ ਨਹੀਂ ਇਹਨਾਂ ਦੇ ਕੋਲ ਹੈਗੀ, ਵੈਂਟੀਲੇਟਰ ਨਹੀਂ ਹੈਗੇ ਇਹਨਾਂ ਦੇ ਕੋਲ, ਚੰਗਾ ਸਿਸਟਮ ਨਹੀਂ ਹੈਗਾ। ਤੇ ਇਹਨਾਂ ਨੇ ਕਿੱਥੋਂ ਖਰੀਦ ਕਰਨੀ ਤੇ ਕਿੱਥੋਂ MSP ਦੇਣੀ? ਉਹਦੀ ਮੰਗ ਜਾਇਜ਼ ਆ, ਪਰ ਜਦੋਂ ਕੈਪਟਨ ਸਾਹਿਬ ਇੱਕ ਬੰਦਾ ਜਿਹੜਾ ਘਰ ਦਾ ਮੁਖੀ ਇਹ ਕਹਿ ਦਿੰਦਾ ਵੀ ਮੇਰੇ ਕੋਲ ਤੇ ਅੱਗੇ ਹੀ ਮੇਰਾ ਤੇ ਜੇਬ ਖਾਲੀ ਆ, ਮੈਂ ਕਿਤੋਂ ਖਰੀਦ ਲਾਂ, ਤੇ ਉਹਨਾਂ ਨੇ ਆਪਣੀ ਗੱਲ ਕਰ ਦਿੱਤੀ। ਮੰਗ ਜਾਇਜ਼ ਸੀ, ਪਰ ਮੈਂ ਸਮਝਦਾ ਵਾਂ ਕਿ ਪੰਜਾਬ ਸਟੇਟ ਜਿਹੜੀ ਆ, ਸਟੇਟਾਂ ਹੁੰਦੀਆਂ ਉਹ ਬੱਚੇ ਆ, ਤੇ ਜਿਹੜਾ ਸੈਂਟਰ ਆ ਪਿਓ ਆ। ਅੱਜ ਸੈਂਟਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹੋ ਜਿਹੇ ਹਾਲਾਤ ਨਾ ਬਣਾਓ ਕਿ ਅਸੀਂ ਕਿਸਾਨੀ ਨੂੰ ਖਤਮ ਕਰ ਦਈਏ। ਜੇ ਕਿਸਾਨੀ ਖਤਮ ਹੁੰਦੀ ਤਾਂ ਮੈਂ ਗਰੰਟੀ ਨਾਲ ਗੱਲ ਕਰਦਾ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਵੀ ਹੋਊਗਾ ਤੇ ਹਿੰਦੁਸਤਾਨ ਦਾ ਵੀ ਹੋਊਗਾ। ਅੱਗੇ ਆਪਾਂ ਨੇ ਬੜਾ ਵੱਡਾ 13, 14, 15 ਸਾਲ ਸੰਤਾਪ ਬਣਾਇਆ ਸੀ। ਇਹੋ ਜਿਹੇ ਹਾਲਾਤ ਸੈਂਟਰ ਗੌਰਮੈਂਟ ਨੂੰ ਨਹੀਂ ਬਣਾਉਣੇ ਚਾਹੀਦੇ। ਭਾਰਤੀ ਜਨਤਾ ਪਾਰਟੀ ਨੂੰ ਚੰਗੀ ਸੋਚ ਬਣਾਉਣੀ ਚਾਹੀਦੀ ਆ, ਜਿੱਦ ਨਹੀਂ ਕਰਨੀ ਚਾਹੀਦੀ। 370 ਦਾ ਬਿਆਨ ਦੇਤਾ ਪ੍ਰਧਾਨ ਮੰਤਰੀ ਨੇ, ਇਹ ਵੀ ਕਹਿਤਾ ਕਿ ਖੇਤੀ ਆਰਡੀਨੈਂਸ ਜਿਹੜੇ ਨੇ ਇਹ ਵਾਪਸ ਨਹੀਂ ਹੋਣਗੇ, ਜਿਹੜਾ ਕਾਨੂੰਨ ਮੈਂ ਬਣਾਤਾ।
ਇਹ ਤਾਂ ਫਿਰ ਡਿਕਟੇਟਰਾਂ ਨਹੀਂ ਆ ਨਾ ਜੀ, ਇਹ ਫੈਸਲਾ, ਇਹ ਤਾਂ ਕੋਈ ਗੱਲ ਨਹੀਂ ਨਾ ਹੋਈ। ਇਸ ਕਰਕੇ ਮੈਂ ਸਮਝਦਾ ਵਾਂ ਕਿ 14 ਦੇ ਵਿੱਚ ਜਦੋਂ ਮੋਦੀ ਬਣਿਆ ਸੀ ਬੱਲੇ ਬੱਲੇ ਸੀ, 19 ਚ ਬਣਿਆ ਬੱਲੇ ਬੱਲੇ ਸੀ, ਪਰ ਇਸ ਵੇਲੇ ਜਿਹੜਾ 20 ਜਾ ਰਿਹਾ ਵਾ ਇਹਦੇ ਵਿੱਚ ਥੱਲੇ ਥੱਲੇ ਆ, ਤੇ ਆਉਣ ਵਾਲੇ ਸਮੇਂ 'ਚ ਵੀ ਥੱਲੇ ਥੱਲੇ ਰਹੂਗਾ ਜੇ ਇਹਨਾਂ ਨੇ ਆਪਣੀਆਂ ਜਿਹੜੀਆਂ ਵਾ ਉਹ ਪਾਲਿਸੀਆਂ ਨਾ ਬਦਲੀਆਂ। ਤੇ ਬ੍ਰਹਮਪੁਰਾ ਸਾਹਿਬ 2022 ਦੀਆਂ ਚੋਣਾਂ ਆਉਣ ਵਾਲੀਆਂ ਨੇ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਿਸ ਨਾਲ ਗਠਬੰਧਨ ਕਰਕੇ ਚੋਣਾਂ ਲੜੇਗੀ? ਹਰ ਉਸ ਪਾਰਟੀ ਦੇ ਨਾਲ ਜਿਹੜੀ ਕਾਂਗਰਸ ਦੇ ਖਿਲਾਫ ਹੋਊਗੀ, ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੋਊਗੀ, ਬਾਦਲਾਂ ਦੇ ਖਿਲਾਫ ਹੋਊਗੀ, ਹਰ ਉਸ ਪਾਰਟੀ ਦੇ ਨਾਲ, ਹਰ ਉਸ ਬਸ਼ਿੰਦੇ ਦੇ ਨਾਲ। ਮਤਲਬ ਜੇ 3 ਪਾਰਟੀਆਂ ਨਾਲ ਤਾਂ ਬਿਲਕੁਲ ਇਹਨਾਂ ਦੇ ਨਾਲ ਕੋਈ ਸਹਿਮਤੀ ਨਹੀਂ ਹੋਊਗੀ, ਬਿਲਕੁਲ ਸਹਿਮਤੀ ਨਹੀਂ ਹੋਊਗੀ। ਇਹ ਬ੍ਰਹਮਪੁਰਾ ਸਾਹਿਬ ਜਦੋਂ ਚੋਣਾਂ ਆ ਜਾਂਦੀਆਂ ਨੇ ਸਿਰ ਤੇ, ਤਾਂ ਸਾਡੇ ਪੰਜਾਬ ਦਾ ਜਾਂ ਪੂਰੇ ਦੇਸ਼ ਦੇ ਵਿੱਚ ਇੱਕ ਰਿਵਾਜ ਸ਼ੁਰੂ ਹੁੰਦਾ ਹੈ, ਬਹੁਤ ਸਾਰੀਆਂ ਰੁੱਸਿਆਂ ਨੂੰ ਮਨਾਉਣ ਦਾ ਵੀ ਸਿਲਸਿਲਾ ਚਾਲੂ ਹੋ ਜਾਂਦਾ ਹੈ, ਤੇ ਜਿਹੜੇ ਰੁੱਸੇ ਹੁੰਦੇ ਨੇ ਉਹ ਵਾਪਸ ਵੀ ਘਰਾਂ ਨੂੰ ਪਰਤ ਆਉਂਦੇ ਨੇ। ਬਿਲਕੁਲ ਠੀਕ ਹੈ। ਜੇ ਇਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਤੁਹਾਨੂੰ ਮਨਾਉਣ ਦਾ ਕੋਈ ਆਫਰ ਆਇਆ, ਕੀ ਪਰਿਵਾਰ ਮੰਨ ਕੇ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜੇਗਾ? ਦੇਖੋ ਇਸ ਤਰ੍ਹਾਂ ਵਾ ਕਿ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਚੋਣਾਂ ਆਉਂਦੀਆਂ ਵਾ ਉਦੋਂ ਇੱਕ ਦੂਜੇ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਹੁੰਦੀ ਹੈ, ਪਰ ਉਹ ਇੱਕ ਦੂਜੇ ਨਾਲ ਟੁੱਟੇ ਹੁੰਦੇ ਆ ਅਹੁਦਿਆਂ ਕਰਕੇ, ਰਾਜਨੀਤੀ ਤੌਰ ਤੇ ਜੀ। ਪਰ ਸਾਡੀ ਲੜਾਈ ਧਾਰਮਿਕ ਆ, ਅਸੀਂ ਧਰਮ ਨੂੰ ਪਹਿਲ ਦਿੱਤੀ ਆ, ਅਸੀਂ ਇਸ ਕਰਕੇ ਉਹਨਾਂ ਨੂੰ ਛੱਡ ਕੇ ਆਏ ਆ। ਕੋਈ ਸਾਨੂੰ ਕੁਰਸੀ ਦੀ ਭੁੱਖ ਨਹੀਂ ਸੀ। ਬ੍ਰਹਮਪੁਰਾ ਸਾਹਿਬ ਮੈਂਬਰ ਪਾਰਲੀਮੈਂਟ ਸੀ ਜੀ, ਤੁਹਾਨੂੰ ਵੀ, ਤੁਸੀਂ ਵੀ ਐਮਐਲਏ? ਮੈਂ ਐਮਐਲਏ ਦੀ ਇਲੈਕਸ਼ਨ ਲੜ ਕੇ ਸੀ, ਪਹਿਲਾਂ ਮੈਂ ਐਮਐਲਏ ਸੀ। ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਉਹ ਮੁੱਦੇ ਹੋਰ ਹੁੰਦੇ ਨੇ, ਇਹ ਆ ਧਾਰਮਿਕ ਮੁੱਦਾ। ਇਹਨਾਂ ਨੇ ਵੋਟਾਂ ਦੀ ਖਾਤਰ ਬਹੁਤ ਵੱਡਾ ਨੁਕਸਾਨ ਧਰਮ ਦਾ, ਧਾਰਮਿਕ ਤੌਰ ਤੇ ਪੰਜਾਬ ਦਾ ਕੀਤਾ ਵਾ। ਰਾਮ ਰੀਵ ਨੂੰ ਮਾਫੀ ਦੇਣਾ, ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਦੁਰਵਰਤੋਂ ਕਰਨੀ, ਆਪਣੀਆਂ ਕੋਠੀਆਂ 'ਚ ਸੱਦਣਾ, ਬਾਈਬਲ ਕਲਾਕਾਂਡ, 2 ਨੌਜਵਾਨ ਸਿੱਖਾਂ ਨੂੰ ਮਾਰ ਦੇਣਾ, ਮੈਂ ਸਮਝਦਾ ਵਾਂ ਕਿ ਇਹ ਬਹੁਤ ਵੱਡਾ ਇਹਨਾਂ ਨੇ ਪਾਪ ਕੀਤਾ ਵਾ। ਇਸ ਕਰਕੇ ਛੱਡ ਕੇ ਆਏ ਆ। ਜੇ ਸਾਡੀ ਰਾਜਨੀਤਿਕ ਕੋਈ ਐਡਜਸਟਮੈਂਟ ਹੁੰਦੀ ਤਾਂ ਸ਼ਾਇਦ ਇਲੈਕਸ਼ਨਾਂ ਦੇ ਵਿੱਚ, ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਤੁਸੀਂ ਕਿਹਾ ਵਾ ਕਿ ਲੋਕ ਟੁੱਟਦੇ ਵੀ ਆ ਅਤੇ ਜੁੜਦੇ ਵੀ ਆ, ਪਰ ਸਾਡੀ ਜਿਹੜੀ ਹੈ ਨਾ, ਅਸੀਂ ਰਾਜਨੀਤਿਕ ਸਾਡੀ ਨਹੀਂ ਗੱਲ, ਸਾਡੀ ਧਾਰਮਿਕ ਗੱਲ ਆ। ਉਹਨਾਂ ਚਿਰ ਤੱਕ ਕਦੀ ਇਹਨਾਂ ਦੇ ਨਾਲ ਇਕੱਠੇ ਨਹੀਂ ਹੋ ਸਕਦੇ ਜਿੰਨਾ ਚਿਰ ਤੱਕ ਸੁਖਬੀਰ ਬਾਦਲ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਮਾਫੀ ਨਹੀਂ ਮੰਗਦਾ ਕਿ ਜੋ ਸਾਡੇ ਸਮੇਂ ਹੋਇਆ ਗਲਤ ਹੋਇਆ, ਸਾਨੂੰ ਮਾਫੀ ਦਿੱਤੀ ਜਾਵੇ। ਸਮਾਜ ਤੋਂ ਵੀ ਮੰਗਣੀ ਚਾਹੀਦੀ ਆ, ਪੰਜਾਬ ਤੋਂ ਮੰਗਣੀ ਚਾਹੀਦੀ ਹੈ, ਤੇ ਅਕਾਲ ਤਖਤ ਤੋਂ ਮੰਗਣੀ ਚਾਹੀਦੀ ਆ। ਸ਼ਾਇਦ ਫਿਰ ਕੋਈ ਜਿਹੜਾ ਵਾ ਉਹ ਗੱਲ ਹੋ ਸਕਦੀ ਹੈ, ਤਾਂ ਕੋਈ ਨਹੀਂ ਹੋ ਸਕਦੀ, ਪੋਸੀਬਲ ਹੀ ਨਹੀਂ। ਲਾਸਟ ਸਵਾਲ ਹੈ ਜੀ ਬ੍ਰਹਮਪੁਰਾ ਸਾਹਿਬ, ਕੈਬਨਿਟ ਮੰਤਰੀ ਧਰਮ ਸਿੰਘ ਸਾਧੂ ਸਿੰਘ ਧਰਮਸੋਧਾ 'ਚ ਬਿਆਨ ਆ ਰਿਹਾ ਜਿਸ ਵਿੱਚ ਉਹਨਾਂ ਨੇ ਕੈਪਟਨ ਸਾਹਿਬ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਹੈ, ਤੁਸੀਂ ਉਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਸਾਧੂ ਸਿੰਘ ਧਰਮਸੋਧ ਜਿਹੜੇ ਮੰਤਰੀ ਨੇ, ਇਹ ਜਦੋਂ ਦੇ ਮੰਤਰੀ ਬਣੇ ਨੇ ਉਦੋਂ ਦੇ ਵਿਵਾਦਾਂ 'ਚ ਹੀ। ਪਹਿਲਾਂ, ਸਭ ਤੋਂ ਪਹਿਲਾਂ ਸਟਾਰਟਿੰਗ ਅਜੇ ਮੰਤਰੀ ਬਣੇ ਸੀ, ਕਿਸੇ ਸਕੂਲ ਦੀ ਬਿਲਡਿੰਗ ਦਾ ਉਦਘਾਟਨ ਸੀ, ਕਮਰੇ ਕਿਸੇ ਨੇ ਬਣਾਏ, ਕਹਿੰਦਾ ਮੇਰਾ ਨਾਂ ਨਹੀਂ ਲਿਖਿਆ, ਪ੍ਰਿੰਸੀਪਲ ਦੀ ਸ਼ਰੇਆਮ ਬੇਇੱਜ਼ਤੀ ਕੀਤੀ ਜੀ। ਉਸ ਤੋਂ ਬਾਅਦ ਇਹਨਾਂ ਦਾ ਨਾਂ ਬਹੁਤ ਵੱਡਾ, ਜਿਹੜਾ ਆ ਵਜ਼ੀਫੇ ਕਾਂਡ ਦੇ ਵਿੱਚ ਬਹੁਤ ਵੱਡਾ ਨਾਂ ਆਇਆ ਵਾ। ਇਸ ਤੋਂ ਬਾਅਦ ਇੱਕ 3-4 ਦਿਨ ਪਹਿਲਾਂ ਹੀ ਆਇਆ ਕਿ ਇੱਕ ਜ਼ਮੀਨ ਆ ਜਿਹੜੀ 90,000 ਰੁਪਏ ਦੀ, ਤੇ ਉਹਨੂੰ 9-9 ਲੱਖ ਰੁਪਏ ਦੇ ਵਿੱਚ ਜਿਹੜਾ ਵਾ ਹੁਸ਼ਿਆਰਪੁਰ ਜ਼ਿਲ੍ਹੇ ਵੱਲ ਇਹਨਾਂ ਨੇ, ਉਹ ਜੰਗਲਾਤ ਦੀ ਜ਼ਮੀਨ ਸੀ ਕਿਸੇ ਦੀ, ਸ਼੍ਰੋਮਣੀ ਕਮੇਟੀ ਦਾ ਮੈਂਬਰ ਕੋਈ ਜੰਮੂ ਕਸ਼ਮੀਰ ਦਾ ਸੀ, ਉਹਦੇ ਕੋਲੋਂ ਇਹਨਾਂ ਨੇ ਬੜੇ ਮਹਿੰਗੇ ਭਾਅ ਦੀ ਲੈ ਲਈ, ਪੰਜਾਬ ਨੂੰ ਬਹੁਤ ਵੱਡਾ ਵਿਭਾਗ ਨੂੰ ਚੂਨਾ ਲਾਇਆ। ਤੇ ਹੁਣ ਇਹਨਾਂ ਨੇ ਜਿਹੜੀ ਕਿਸੇ ਬੰਦੇ ਦੀ ਸ਼ੋਭਾ ਕਰਨੀ, ਆਪਣੇ ਲੀਡਰ ਦੀ ਸ਼ੋਭਾ ਕਰਨੀ ਚੰਗੀ ਗੱਲ ਹੈ, ਪਰ ਇਹਨਾਂ ਨੇ ਜਿਹੜੀ ਤੁਲਨਾ ਕੀਤੀ ਆ ਉਹ ਇਹ ਕਿਹਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਇਸ ਤਰ੍ਹਾਂ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਲੋਕਾਂ ਦਾ ਸੁਧਾਰ ਕੀਤਾ, ਉਸ ਤਰ੍ਹਾਂ ਕੈਪਟਨ ਸਾਹਿਬ ਸੁਧਾਰ ਕਰਦੇ। ਬਹੁਤ ਨਿੰਦਣਯੋਗ ਆ, ਬਹੁਤ ਮਾੜੀ ਗੱਲ ਆ, ਇਹ ਬੇਸਮਝ ਆ। ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਨੂੰ ਕੈਬਨਿਟ ਚੋਂ ਬਾਹਰ ਕਰਨਾ ਚਾਹੀਦਾ ਵਾ ਕੈਪਟਨ ਸਾਹਿਬ ਨੂੰ, ਔਰ ਇਹਨੂੰ ਮਾਫੀ ਮੰਗਣੀ ਚਾਹੀਦੀ ਆ ਸਾਡੇ ਸਿੱਖਾਂ ਦੇ ਕੋਲੋਂ। ਔਰ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਸੱਦਣ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਕੋਈ ਨਾ ਕੋਈ ਸਜ਼ਾ ਲਾਉਣ, ਜਾਂ ਇਹਨਾਂ ਕੋਲ ਸਪਸ਼ਟੀਕਰਨ ਲਿਆ ਜਾਵੇ। ਜੇ ਤੁਸੀਂ ਕਿਸੇ ਦੀ ਚਾਪਲੂਸੀ ਕਰਨੀ ਵੀ ਚਾਹੁੰਦੇ ਆ ਤੇ ਤੁਸੀਂ, ਬਹੁਤ ਲੋਕਾਂ ਨੇ ਪੰਜਾਬ ਦੀ ਸੇਵਾ ਕੀਤੀ ਨੇ, ਬਹੁਤ ਲੋਕ ਇੱਥੇ ਸਮਾਜ ਸੇਵਕ ਹੈਗੇ ਨੇ, ਮਦਰ ਟਰੇਸਾ ਨੇ ਕਿੱਡਾ ਵੱਡਾ ਕੰਮ ਕੀਤਾ ਵਾ, ਉਹਦਾ ਜ਼ਿਕਰ ਕਰ ਦਿਓ, ਹੋਰ ਕਿਸ ਦਾ ਜ਼ਿਕਰ ਕਰ ਦਿਓ। ਮੈਂ ਸਮਝਦਾ ਕਿ ਇਹਨੇ ਬੜੀ ਇਹ ਮਾੜੀ ਜਿਹੜੀ ਆ ਗੱਲ ਕੀਤੀ ਆ, ਇਹਦੇ ਖਿਲਾਫ ਇਹਦੀ ਨਿੰਦਾ ਜਿੰਨੀ ਕਰ ਲਓ ਉਨੀ ਥੋੜ੍ਹੀ ਆ। ਤਾਂ ਮੈਂ
ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਦੇ ਵਿੱਚ ਪੈ ਕੇ ਇਹਨੂੰ ਸੱਦਣਾ ਚਾਹੀਦਾ ਔਰ ਸਿੱਖ ਸੰਗਤ ਦੇ ਕੋਲੋਂ ਮਾਫੀ ਮੰਗਵਾਉਣੀ ਚਾਹੀਦੀ ਹੈ। ਜੀ ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਗਿੱਲ ਸਾਹਿਬ ਤੁਹਾਡੀ ਮਿਹਰਬਾਨੀ। ਇਹ ਸੀ ਰਵਿੰਦਰ ਸਿੰਘ ਬ੍ਰਹਮਪੁਰਾ, ਜਿਨ੍ਹਾਂ ਨਾਲ ਅਸੀਂ ਸਿਆਸੀ ਅਤੇ SGPC ਟਾਸਕ ਫੋਰਸ ਅਤੇ ਸਟਰਾ ਕਮੇਟੀ ਨਾਲ ਜਿਹੜਾ ਵਿਵਾਦ ਹੋਇਆ ਉਸ ਤੇ ਵਿਚਾਰ ਵਟਾਂਦਰਾ ਕੀਤਾ। ਉੱਥੇ ਹੀ ਉਹਨਾਂ ਨੇ ਖੁੱਲ੍ਹ ਕੇ ਅੱਜ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਨਵੇਂ ਸਿਰਿਓਂ ਕਿਸੇ ਹੋਰ ਸਿਆਸੀ ਲੀਡਰ ਨਾਲ ਮਿਲਾਂਗੇ। ਮੈਨੂੰ ਦਿਓ ਇਜਾਜ਼ਤ। ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਲਾਲੀ। ਸਤਿ ਸ਼੍ਰੀ ਅਕਾਲ।